ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਦਿਓ ਪਾਇਆ। ਕਵਨ ਕਾਜ ਜਗ ਉਪਜੈ ਬਿਨਸੈ, ਕਹੋ ਮੋਹਿ ਸਮਝਾਇਆ। ਦੇਵ ਕਰਹੁ ਦਇਆ, ਮੋਹਿ ਮਾਰਗ ਲਾਵੋ। ਜਿਤ ਭੈ ਬੰਧਨ ਟੂਟੈ, ਜਨਮ ਮਰਨ ਦੁਖ ਫੇੜ ਕਰਮ ਸੁਖ। ਜੀਅ ਜਨਮ ਤੇ ਛੂਟੈ, ਜਿਸਨੂੰ ਤੂੰ ਰਖਵਾਲਾ, ਮਾਰੇ ਤਿਸ ਕੌਣ। ਜਿਸਨੂੰ ਤੂੰ ਰਖਵਾਲਾ, ਜਿਤਾ ਤਿਨੈ ਭੈਣ। ਜਿਸਨੂੰ ਤੇਰਾ ਅੰਗ, ਤਿਸ ਮੁਖ ਉਜਲਾ। ਜਿਸਨੂੰ ਤੇਰਾ ਅੰਗ, ਸੋ ਨਿਰਮਲੀ ਹੂੰ ਨਿਰਮਲਾ। ਜਿਸਨੂੰ ਤੇਰੀ ਨਦਰ, ਨਾ ਲੇਖਾ ਪੁੱਛੀਐ। ਜਿਸਨੂੰ ਤੇਰੀ ਖੁਸ਼ੀ, ਤਿਨ ਨੌ ਨਿਦ ਪੁੰਚੀਐ। ਜਿਸਨੂੰ ਤੂੰ ਪ੍ਰਭ ਵੱਲ, ਤਿਸ ਕਿਆ ਮੋਹ ਛੰਦਗੀ। ਜਿਸਨੂੰ ਤੇਰੀ ਮਿਹਰ, ਸੋ ਤੇਰੀ ਬੰਦਗੀ। ਜਿਸਨੂੰ ਤੇਰੀ ਮਿਹਰ, ਸੋ ਤੇਰੀ ਬੰਦਗੀ। ਬੇਸ਼ੁਮਾਰ ਅਥਾਹ ਅਗਨਤ ਤੋਲੇ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਅੰਬਰ ਕਨਹਰ ਛਾਇਆ, ਬਰਖ ਭਰੇ ਸਰ ਤਾਲ। ਚਾਤ੍ਰਿਕ ਜਿਉ ਤਰਸਤ ਰਹੈ, ਤਿਨ ਕਉ ਕੌਣ ਹਵਾਲ। ਕਬੀਰ ਚੱਕਈ ਜੋ ਨਿਸ ਬਿਛੁਰੈ, ਆਏ ਮਿਲੈ ਪ੍ਰਭਾਤ। ਜੋ ਨਰ ਬਿਛੁਰੇ ਰਾਮ ਸਿਉ, ਨਾ ਦਿਨ ਮਿਲੇ ਨਾ ਰਾਤ। ਕਬੀਰ ਰੈ ਨਾਇਰ ਬਿਛੋਰਿਆ,
रहो रे शंख मजहूर। देवल देवल ताड़ी देस है उगवत सूर। वाहिगुरु जी का खालसा वाहिगुरु जी की फतेह। धन धन सतगुरु गुरु गरीब निवाज पतित पावन भगत वत्सल किरपा निध सतगुरु श्री गुरु ग्रंथ साहिब जी दीन दयाल पातशाह तिन्हां दी अपार करुणा है अथाह बख्शिश है सतगुरु साहिब जी दी जो सानू सब नू अपनी मेहर बख्शिश भरी नज़र करके अपनी पावन पवित्र हजूरी दे विच सतसंगत रूप विच जुड़ बैठ के सानू शब्द की साधना करन दा गुरु शब्द दे नाल अपने जीवन की आदर्शक निर्मल घाड़त कढ़न दा अवसर बख्शिश करके नवाजिश कीती है जी। बड़े सुभागशाली हो जो गुरु की बख्शिश नू कीर्तन रूप दे विच मानन दा यतन कर रहे सी। भगत सिरमौर भगत कबीर साहिब जी तिन्हां दे पावन उचारण सलोकां दी आप जी लड़ीवार व्याख्या श्रवण करके गुरु बख्शिश नू माणदे हो जी। पावन बाणी की लड़ीवार व्याख्या दे नाल विचार रूप दे विच जुड़न दा यतन करिए जी। विचार प्रारंभ करन तो पहला बड़े अदब सहित उचारण करो जी। सतनाम श्री वाहिगुरु साहिब जी। कबीर अंबर कनहर छाया बरख भरे सर ताल। लड़ीवार सलोकां दे अंतर्गत भगत कबीर साहब जी ने इस तो पहले सलोक दे विच बख्शिश कीती सी कि मनुख दा जीवन साधना दे दौरान जां जिस भी जीवन दे हिस्से नूं जिउं रिहा हुंदा है दो परती हुंदा है। उदाहरण दित्ती सी भगत कबीर साहब जी ने एक कूंज दी जो चोगा चुगदे समय उहदी सारी सिमरती ਉਹਦੇ ਬੱਚਿਆਂ ਵੱਲ ਰਹਿੰਦੀ है। ਇਸੇ प्रकार ਲਿਵ ਛੁੜਕਣ ਕਰਕੇ ਮਾਇਆ ਅਮਰ ਦੇ ਪ੍ਰਭਾਵ ਕਰਕੇ ਮਨੁੱਖ ਦਾ ਮਨ ਮਾਇਆ ਦੇ ਮਮਤਾ ਭਾਵ ਵਾਲੇ ਆਕਰਸ਼ਣ ਦੇ ਵਿੱਚ ਰਹਿੰਦਾ ਹੈ ਅਤੇ ਜੀਵਨ ਭਰ ਇਸ ਸੂਝ ਤੋਂ ਨਾਵਾਕਿਫ ਰਹਿੰਦਾ ਹੈ ਕਿ ਜੀਵਨ ਦਾ ਕੋਈ ਉਚੇਰਾ ਪ੍ਰਯੋਜਨ ਵੀ ਹੈ। ਇਸੇ ਪ੍ਰਕਾਰ भगत कबीर साहब जी बख्शिश करते हैं। कबीर अंबर कनहर छाया बरख परे सर ताल। अध्यात्मक जगत विच जितने भी मनुख अपनी साधना अपना यतन आरंभ करते हैं उन्हां दी किसी न किसी पद्धर ते जाके कोई खास तरह की संतुष्टगी का एक मुकाम बन जाता है। उस अपनी संतुष्टगी नूं कुछ ना कुछ साधना दे पक्षां दे जिहड़े अनुभव हुंदे ने उन्हां नाल जोड़ के ते अपने जीवन च मानना शुरू कर दिंदे हन। भगत कबीर साहब जी अज दे सलोक विच बख्शिश कर रहे हैं कि जद जीवन की जिहड़ी भरपूरता एक बारी नुकते तो असीं देखते हाँ जदों एक अध्यात्मक जिग्यासू के रूप विच देखी जाती है ਤਾਂ ਉਹਦਾ ਕੀ ਰੂਪ ਹੁੰਦਾ। ਇਹਨੂੰ ਸਰਲ ਸ਼ਬਦਾਂ ਵਿੱਚ ਕਹਿਣਾ ਹੋਵੇ ਕਿ ਜਿਹੜੇ ਅਧਿਆਤਮ ਦੇ ਵਿੱਚ ਜਾਂ ਗੁਰੂ ਸ਼ਬਦ ਦੀ ਸਾਧਨਾ ਦੇ ਵਿੱਚ ਬੜੇ ਤੀਬਰ ਹੋ ਗਏ ਹਨ, ਜਿਨ੍ਹਾਂ ਦੀ ਖੋਜ ਤਲਾਸ਼ ਸਾਧਨਾ ਇਹ ਸਾਰਾ ਕੁਝ ਬਹੁਤ ਤੇਜ਼ ਹੋ ਗਿਆ ਹੈ ਔਰ ਬਹੁਤ ਵੱਡੇ ਪੱਧਰ ਵਾਲਾ ਹੋ ਗਿਆ ਹੈ, ਉਹ ਫਿਰ ਕਿਸ ਇੱਕ ਨੁਕਤੇ ਦੀ ਕਿਸ ਇੱਕ ਤੱਤ ਦੀ ਮੰਗ ਕਰਦੇ ਹਨ। ਤਾਂ ਇਸ ਪ੍ਰਥਾਏ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ। ਕਬੀਰ ਅੰਬਰ ਕਨਹਰ ਛਾਇਆ ਬਰਖ ਭਰੇ ਸਰ ਤਾਲ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅੰਬਰ ਭਾਵ ਆਕਾਸ਼, ਕਨਹਰ ਛਾਇਆ ਬੱਦਲਾਂ ਦਾ ਆਲਮ ਪੂਰਾ ਭਰਿਆ ਹੋਇਆ ਹੈ ਆਕਾਸ਼ ਦੇ ਵਿੱਚ। ਜਦੋਂ ਹੀ ਧਰਤੀ 'ਤੇ ਵਰਖਦੇ ਹਨ, ਬਰਖ ਭਾਵ ਕੇ ਵਰਖਾ,
ਭਰੇ ਸਰ ਤਾਲ, ਜਿਤਨੇ ਨਿੱਕੇ ਸਰ ਸਰਵਰ ਹੁੰਦੇ ਹਨ, ਤਲਾਅ ਆਦਿਕ ਹੁੰਦੇ ਹਨ, ਟੋਭੇ ਹੁੰਦੇ ਹਨ, ਡੂੰਘੀਆਂ ਥਾਵਾਂ ਹੁੰਦੀਆਂ ਨੇ, ਕਹਿੰਦੇ ਉਹ ਜਿਹੜੀਆਂ ਸਾਰੀਆਂ ਨੇ ਉਹ ਵਰਖਾ ਦੇ ਜਲ ਦੇ ਨਾਲ ਭਰ ਕੇ ਇੱਕ ਸਮਾਨ ਹੋ ਜਾਂਦੀਆਂ ਨੇ, ਤ੍ਰਿਪਤ ਹੋ ਜਾਂਦੀਆਂ ਨੇ, ਪੂਰੀ ਤਰ੍ਹਾਂ ਉਹਨਾਂ ਦੇ ਵਿੱਚ ਜਲ ਠਹਿਰ ਜਾਂਦਾ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਤਾਂ ਪਹਿਲਾ ਪੱਖ ਹੈ ਕਿ ਵਰਖਾ ਹੋਈ ਤਾਂ ਸਾਰੇ ਨਿੱਕੇ ਸਰੋਵਰ ਤਲਾਬ ਭਰੇ ਗਏ, ਸਾਰਿਆਂ ਦੇ ਵਿੱਚ ਜਲ ਥਲ ਹੋ ਗਈ। ਪਰ ਕਹਿੰਦੇ ਕਿ ਇਸ ਸਾਰੀ ਵਰਖਾ ਦੌਰਾਨ ਇੱਕ ਐਸਾ ਜੀਵ ਹੈ ਜਿਹੜਾ ਅਤ੍ਰਿਪਤ ਰਿਹਾ ਹੈ, ਜਿਹਨੂੰ ਇੰਨੀ ਵਰਖਾ ਦਾ ਕੋਈ ਵੀ ਲਾਭ ਨਹੀਂ ਪਹੁੰਚਿਆ, ਜਾਂ ਇਸ ਲਾਭ ਨਾ ਪਹੁੰਚਣ ਦੇ ਕੀ ਕਾਰਨ ਹਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਚਾਤ੍ਰਿਕ ਜਿਉ ਤਰਸਤਰ ਹੈ, ਤਿੰਨ ਕੋ ਕਉ ਨ ਹਵਾਲ। ਜਿਹੜੇ ਚਾਤਰ ਵਰਗੇ ਹਨ ਪੰਛੀ, ਜਿਹੜੇ ਕੇਵਲ ਇੱਕ ਸਵਾਂਤ ਬੂੰਦ ਦੇ ਉੱਪਰ ਜਿਨ੍ਹਾਂ ਦਾ ਜੀਵਨ ਟਿਕਿਆ ਹੋਇਆ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਅਗਰ ਉਹ ਸਵਾਂਤ ਬੂੰਦ ਨਹੀਂ ਪ੍ਰਾਪਤ ਹੋਈ ਤੇ ਕਿਤਨੀ ਵੀ ਵਰਖਾ ਵਰਖ ਗਈ ਹੈ, ਕਿਤਨੀ ਵੀ ਜਲ ਥਲ ਹੋ ਗਈ ਹੈ, ਇਹ ਪੰਛੀ ਨੂੰ, ਚਾਤਰਿਕ ਪੰਛੀ ਨੂੰ ਉਹਦੇ ਨਾਲ ਕੋਈ ਅਰਥ ਨਹੀਂ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਾਤਰਿਕ ਜਿਉਂ, ਜਿਹੜਾ ਚਾਤਰਿਕ ਵਰਗੀ ਪਿਆਸ ਲੈ ਕੇ ਬੈਠਾ ਹੈ ਅਤੇ ਉਹਦੀ ਪਿਆਸ ਵਰਖਾ ਦੇ ਇਸ ਜਲ ਨਾਲ ਤ੍ਰਿਪਤ ਵੀ ਨਹੀਂ ਹੋਣੀ, ਹੋਣੀ ਵੀ ਸਵਾਂਤ ਬੂੰਦ ਦੇ ਨਾਲ ਹੈ, ਉਹ ਸਵਾਂਤ ਬੂੰਦ ਉਹਨੂੰ ਨਸੀਬ ਨਹੀਂ ਹੋਈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਿੰਨ ਕੋ ਕੌਣ ਹਵਾਲ, ਫਿਰ ਉਹਨਾਂ ਨੂੰ ਕੌਣ, ਉਸ ਨੂੰ ਕੌਣ ਤ੍ਰਿਪਤ ਕਰੇਗਾ। ਥਲ ਸਰਵਰ ਤਲਾਅ ਤਾਂ ਵਰਖਾ ਦੇ ਜਲ ਨੇ ਭਰਪੂਰ ਕਰ ਦਿੱਤੇ, ਪਰ ਜਿਹੜੀ ਚਾਤਰਿਕ ਦੀ ਪਿਆਸ ਹੈ ਇੱਕ ਬੂੰਦ, ਉਹ ਵੀ ਸਵਾਂਤ ਰੂਪ, ਜਿਹੜਾ ਉਹਦੇ ਨਾਲ ਉਹਦਾ ਨਾਤਾ ਹੈ, ਉਹਨੂੰ ਕੌਣ ਪੂਰਾ ਕਰੇਗਾ। ਹੁਣ ਇਸ ਸ਼ਲੋਕ ਨੂੰ ਵਿਚਾਰ ਦੇ ਨੁਕਤੇ ਤੋਂ ਵਾਚਣ ਦਾ, ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਦੇ ਵਿੱਚ ਦੋ ਭਾਵ ਨੇ। ਪਹਿਲਾ ਭਾਵ ਹੈ ਜਿਹੜਾ ਐਕਸਟਰਨਲ ਜਗਤ ਦੇ ਨਾਲ ਜੁੜਦਾ ਹੈ, ਉਸ ਦਾ ਭਾਵ ਹੈ ਜਦੋਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅੰਬਰ ਕਨ ਹਰ ਛਾਇਆ। ਇਸੇ ਪ੍ਰਕਾਰ ਪਰਮੇਸ਼ਰ ਦੀ ਬਖਸ਼ਿਸ਼ ਰੂਪ, ਚਾਹੇ ਉਹ ਗਿਆਨ ਹੋਵੇ, ਚਾਹੇ ਰਿਜ਼ਕ ਹੋਵੇ, ਬੜਾ ਕੁਝ ਹੋਵੇ, ਜੋ ਵੀ ਉਹਦੀ ਰਹਿਮਤ ਦੇ ਪੱਖ ਹਨ, ਸਾਰੇ ਕਹਿੰਦੇ ਵਰਖਾ ਦੀ ਨਿਆਈ ਜਗਤ 'ਤੇ ਵਰਸਦੇ ਹਨ। ਅਤੇ ਮਨੁੱਖ ਦੇ ਜਿਹੜੀ ਪ੍ਰਾਪਤੀ ਦੇ ਮੁਕਾਮ ਨੇ, ਜਿਵੇਂ ਦੁਨਿਆਵੀ ਪ੍ਰਾਪਤੀਆਂ ਨੇ, ਉਹ ਕਹਿੰਦੇ ਸਾਰੇ ਭਰ ਜਾਂਦੇ ਨੇ, ਪਦਾਰਥਾਂ ਦੀ ਭਰਪੂਰਤਾ ਮਿਲ ਜਾਂਦੀ ਹੈ, ਹੋਰ ਜੀਵਨ ਦੇ ਬੜੇ ਪ੍ਰਤਿਭਾ ਦੇ ਪੱਖ ਮਿਲ ਜਾਂਦੇ ਹਨ। ਪਰ ਚਾਤਰਿਕ ਜਿਉਂ, ਪਰ ਜਿਹਦੇ ਅੰਦਰ ਤ੍ਰਿਸ਼ਨਾ ਤੁਰ ਹੋ ਕੇ ਪਦਾਰਥਾਂ ਦੀ ਪ੍ਰਾਪਤੀ ਦਾ ਕੋਈ ਅਸਮੰਜਸ ਬਣਿਆ ਹੋਇਆ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਉਹ ਚਾਤਰਿਕ ਦੀ ਨਿਆਈ ਫਿਰ ਵੀ ਪਿਆਸਾ ਰਹਿ ਜਾਏਗਾ, ਕਿਉਂਕਿ ਜਿੰਨਾ ਵਰਸ ਗਿਆ ਹੈ ਉਸ ਵਰਸਣ ਦਾ ਅਹਿਸਾਸ ਨਹੀਂ ਹੈ। ਜਿੰਨਾ ਵਰਸ ਗਿਆ ਉਸ ਵਰਸਣ ਦੇ ਨਾਲ ਕਿੰਨਾ ਸੁੱਖ ਪ੍ਰਾਪਤ ਹੋਏਗਾ, ਇਸ ਗੱਲ ਦਾ ਵੀ ਅਨੁਭਵ ਨਹੀਂ ਹੈ। ਇਸ ਨੂੰ ਇਸ ਪ੍ਰਕਾਰ ਵੀ ਆਖਿਆ ਜਾ ਸਕਦਾ ਹੈ ਕਿ ਮਨੁੱਖ ਦੀ ਜਿਹੜੀ ਪਿਆਸ ਹੈ ਉਹਦੀ ਕੋਈ ਸੀਮਾ ਹੈ। ਅਗਰ ਉਸ ਪਿਆਸ ਨੂੰ ਪੂਰਿਆ ਕਰਨ ਦੇ ਲਈ ਪਰਮੇਸ਼ਰ ਨੇ ਰਹਿਮਤ ਰੂਪ ਦੇ ਵਿੱਚ ਬੜਾ ਕੁਝ ਵਰਸਾ ਦਿੱਤਾ ਹੈ, ਅਤੇ ਬੜਾ ਕੁਝ ਵਰਸਣ ਤੋਂ ਬਾਅਦ, ਜਿਵੇਂ ਚਾਤਰਿਕ ਹੈ ਬੜਾ ਜਲ ਵਰਸਦਾ ਪਰ ਉਹਨੂੰ ਉਹਦੇ ਨਾਲ ਕੋਈ ਭਾਵ ਨਹੀਂ ਹੈ, ਪਰ ਇਸ ਕਰਕੇ ਉਹਦੀ ਤਾਂ ਪਿਆਸ ਵੱਡੀ ਹੈ, ਤਾਂ ਕਰਕੇ ਉਹਦਾ ਕੋਈ ਭਾਵ ਨਹੀਂ ਹੈ। ਪਰ ਜਿਹੜੇ ਦੁਨਿਆਵੀ ਜੀਵ ਤ੍ਰਿਪਤ ਨਹੀਂ ਹੋ ਰਹੇ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਾਤਰਿਕ ਜਿਉਂ, ਜੇ ਇਹਨਾਂ ਕੁਝ ਰਹਿਮਤਾਂ ਮਾਣਦਿਆਂ ਹੋਇਆਂ ਵੀ ਅਤ੍ਰਿਪਤ ਹਨ, ਤਾਂ ਇਹਨਾਂ ਅਜੇ ਵੀ ਤਰਸ ਰਹੇ ਹਨ। ਤਿੰਨ ਕੋ ਕੌਣ ਹਵਾਲ, ਤਾਂ ਫਿਰ ਇਹਨਾਂ ਦੀ ਇਸ ਤਰਸ ਪਾਤਾ, ਜਿਹੜੀ ਤਰਸ ਦੀ ਪਾਤਰਤਾ ਹੈ, ਇਹਨੂੰ ਕਿਸ ਪ੍ਰਕਾਰ ਨਿਹਾਲ ਕੀਤਾ ਜਾ ਸਕਦਾ ਜਾਂ ਤ੍ਰਿਪਤ ਕੀਤਾ ਜਾ ਸਕਦਾ ਹੈ। ਇਸ ਨੂੰ ਹੋਰ ਜੇ ਅਸੀਂ ਗੁਰੂ ਕਿਰਪਾ ਸਦਕਾ ਵਾਚੀਏ ਤਾਂ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਮਨੁੱਖ ਆਪਣੀ ਚੇਤਨਾ ਨੂੰ ਅੰਦਰਿਆਵੀ ਪੱਧਰ 'ਤੇ ਜਗਾਉਂਦਾ ਹੈ। ਉਹ ਜੀਵਨ ਦੀਆਂ ਜਿਹੜੀਆਂ ਬਾਹਰੀ ਲੋੜਾਂ ਉਹਦੇ ਅੰਦਰੂਨ ਨੂੰ ਪ੍ਰਭਾਵਿਤ ਕਰਨੀਆਂ ਨੇ, ਉਹਦੇ ਵਿੱਚੋਂ ਹੀ ਆਪਣੇ ਜੀਵਨ ਦਾ ਕੋਈ ਮੁਕਾਮ ਸਮਝਦਾ ਹੈ, ਅਤੇ ਫਿਰ ਸਮਝਦਾ ਹੈ ਕਿ ਜਿਹੜੇ ਮੇਰੇ ਜੀਵਨ ਦੇ ਸੰਤੁਲਨ ਪੈਦਾ ਹੋਣੇ ਨੇ ਉਹ ਬਾਹਰੋਂ ਪੈਦਾ ਹੋਣੇ ਨੇ। ਉਹ ਫਿਰ ਬਾਹਰ ਦੀ ਸਾਰੀ ਤਲਾਸ਼, ਬਾਹਰ ਦੀ ਸਾਰੀ ਦੌੜ ਕਰਦਾ ਹੈ, ਪਰ ਉਹਦੇ ਅੰਦਰ ਜਿਹੜਾ ਇੱਕ ਖਾਸ ਤਰ੍ਹਾਂ ਦੀ ਟਿਕਾਅ ਵਾਲੀ ਅਵਸਥਾ ਦਾ ਕੇਂਦਰ ਬਣਿਆ ਹੁੰਦਾ ਹੈ, ਉਹਦੇ ਉੱਪਰ ਯਤਨ ਨਹੀਂ ਕਰਦਾ। ਮਤਲਬ ਇਸ ਨੂੰ ਸਰਲ ਕਹਿਣਾ ਹੋਵੇ ਕਿ ਸਾਡੇ ਜੀਵਨ ਦੇ ਵਿੱਚ, ਸਾਡੇ ਜੀਵਨ ਜਿਉਣ ਦੇ ਤਿੰਨ ਪੜਾਅ ਨੇ। ਇੱਕ ਹੈ ਸਰੀਰਕ ਮੁਖੀ ਜਗਤ, ਸਰੀਰਕ ਮੁਖੀ ਜੀਵਨ ਜਿਉਣਾ। ਇੱਕ ਹੈ ਮਨ ਦੇ ਤਲ 'ਤੇ ਜਿਉਣਾ, ਇੱਕ ਹੈ ਆਤਮ ਦੇ ਤਲ 'ਤੇ ਜਿਉਣਾ। ਹੁਣ ਸਰੀਰ ਦੇ ਤਲ 'ਤੇ ਜੀਵਾਂਗੇ ਤਾਂ ਸਰੀਰ ਦੀ ਭਰਪੂਰਤਾ ਕਿਸੇ ਹੱਦ ਤੱਕ ਜਾ ਕੇ ਤ੍ਰਿਪਤ ਹੋ ਜਾਂਦੀ ਹੈ। ਜਿਵੇਂ ਸਰੀਰ ਨੂੰ ਭੋਜਨ ਦੀ ਲੋੜ ਹੈ, ਤਾਂ ਭੋਜਨ ਜਿੰਨੀ ਲੋੜ ਹੈ ਉਨਾ ਗ੍ਰਹਿਣ ਕਰ ਸਕਦਾ, ਉਸ ਤੋਂ ਬਾਅਦ ਮਨੁੱਖ ਤ੍ਰਿਪਤ ਹੋ ਜਾਏਗਾ।
ਪਰ ਜਿਹੜਾ ਮਾਨਸਿਕ ਤਲ ਦਾ ਜੀਵਨ ਹੈ, ਪਰ ਮਾਨਸਿਕ ਦੇ ਵਿੱਚ ਤ੍ਰਿਸ਼ਨਾ ਵੀ ਹੈ, ਤਾਂ ਉਹ ਤ੍ਰਿਸ਼ਨਾ ਸਰੀਰ ਦੇ ਰੱਜਣ ਨੂੰ ਰੱਜ ਨਹੀਂ ਮੰਨੇਗੀ। ਅਤੇ ਫਿਰ ਉਹ ਪ੍ਰਾਪਤੀ ਨੂੰ, ਇੱਕ ਪ੍ਰਾਪਤੀ ਹੈ ਕਿ ਗ੍ਰਹਿਣ ਕਰਕੇ ਆਪਣੇ ਅੰਦਰ ਪ੍ਰਵੇਸ਼ ਕਰ ਲਿਆ, ਫਿਰ ਇੱਕ ਪ੍ਰਾਪਤੀ ਨੂੰ ਉਹ ਤ੍ਰਿਸ਼ਨਾ ਬਣਾ ਲਏਗੀ ਅਤੇ ਉਹਦੇ ਦੁਆਲੇ ਕੇਂਦਰਿਤ ਰਹੇਗੀ। ਜਿਹੜੀ ਵਰਤਮਾਨ ਬਖਸ਼ਿਸ਼ ਵਾਪਰ ਰਹੀ ਹੈ ਉਹਦੇ ਉੱਪਰ ਧਿਆਨ ਨਹੀਂ ਰਹੇਗਾ, ਕਿਉਂਕਿ ਸਰੀਰਕ ਜੀਵਨ ਤਾਂ ਛੱਡ ਚੁੱਕਾ ਹੈ, ਮਨ ਦੇ ਤਲ 'ਤੇ, ਅਤੇ ਮਨ ਤ੍ਰਿਸ਼ਨਾ ਤੋਂ, ਮਾਇਆ ਤੋਂ ਭਰਮਿਆ ਹੋਇਆ ਹੈ। ਇਸ ਕਰਕੇ ਉਹਦਾ ਹੋਰ ਕੋਈ ਰੂਪ ਬਣਾਏਗਾ। ਫਿਰ ਜਿਹੜਾ ਆਤਮਿਕ ਜੀਵਨ ਹੈ, ਫਿਰ ਆਤਮਿਕ ਜੀਵਨ ਦੇ ਵਿੱਚ ਮਨੁੱਖ ਨੂੰ ਸੂਝ ਆਉਂਦੀ ਹੈ, ਕਿਉਂਕਿ ਉਹ ਬਾਹਰੀ ਜਗਤ ਨੂੰ ਜਿਉਂ ਚੁੱਕਾ ਹੁੰਦਾ ਹੈ। ਉਹਨੂੰ ਪਤਾ ਲੱਗ ਜਾਂਦਾ ਕਿ ਬਾਹਰੋਂ ਇੰਨੀ ਭਰਪੂਰਤਾ ਪੈਦਾ ਕੀਤੀ, ਪਰ ਅੰਤਰ ਆਤਮੇ ਦੇ ਵਿੱਚ ਤਾਂ ਖਲਾ ਹੀ ਰਿਹਾ, ਉੱਥੇ ਤਾਂ ਸੁੰਨ ਨਹੀਂ ਰਹੀ, ਉੱਥੇ ਤਾਂ ਖਾਲੀ ਪਾਣੀ ਰਿਹਾ। ਫਿਰ ਉਸ ਨੂੰ ਪਤਾ ਲੱਗਦਾ ਕਿ ਜਿਹੜਾ ਅੰਦਰ ਦਾ ਖਾਲੀਪਣ ਹੈ ਇਹ ਅੰਦਰੋਂ ਹੀ ਭਰਿਆ ਜਾ ਸਕਦਾ, ਅਤੇ ਉਹ ਗੁਰੂ ਸ਼ਬਦ ਦੇ ਅਭਿਆਸ ਨਾਲ ਭਰਿਆ ਜਾ ਸਕਦਾ, ਜਿਹਨੂੰ ਗੁਰਬਾਣੀ 'ਚ ਵਾਕ ਪੜ੍ਹਦੇ ਆ ਨਾ ਕਿ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਉਹਦਾ ਭਾਵ ਕੀ ਹੈ ਕਿ ਜਿਹੜਾ ਬਾਹਰੀ ਜਗਤ ਹੈ ਉਹਨੂੰ ਬੜਾ ਪ੍ਰਭਾਵਿਤ ਕੀਤਾ ਹੈ ਮਨ ਦੇ ਤਲ 'ਤੇ ਅਤੇ ਦੇਹ ਦੇ ਤਲ 'ਤੇ। ਇਸ ਕਰਕੇ ਗੁਰਮੁਖ ਨੇ ਆਪਣੀ ਜਿਹੜੀ ਸ਼ਰਨ ਹੈ ਉਹ ਆਤਮਿਕ ਜੀਵਨ ਦੇ ਵਿੱਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਚਾਤ੍ਰਿਕ ਜਿਉਂ ਤਰਸਤ ਰਹੇ। ਹੁਣ ਜਿੰਨਾ ਦੁਨਿਆਵੀ ਸਰੀਰਕ ਭਰਪੂਰਤਾ ਲਈ ਚਾਹੀਦਾ ਸੀ ਉਹ ਸਾਰਾ ਉਪਲਬਧ ਹੋ ਗਿਆ, ਪਰ ਇਸ ਉਪਲਬਧ ਹੋਣ ਤੋਂ ਬਾਅਦ ਵੀ ਕਈ ਤ੍ਰਿਸ਼ਨਾ ਦੇ ਅਧੀਨ ਹੋ ਕੇ ਪਿਆਸ ਵਿੱਚ ਹਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਦਾ ਕੀ ਕੀਤਾ ਜਾਵੇ, ਮਤਲਬ ਇੰਨੀਆਂ ਬਖਸ਼ਿਸ਼ਾਂ ਮਾਣ ਕੇ ਵੀ ਇਹ ਪਿਆਸ ਦੇ ਸਹਿਤ ਹਨ ਅਤੇ ਤਰਸ ਰਹੇ ਹਨ ਚਾਤ੍ਰਿਕ ਵਾਂਗ। ਇਹਨਾਂ ਦਾ ਕੀ ਹੱਲ ਬਣ ਸਕਦਾ ਹੈ, ਇਹ ਪਹਿਲਾ ਅਰਥ ਹੈ। ਦੂਜਾ ਭਾਵ ਆਪ ਦੇ ਸਨਮੁਖ ਅਰਜ ਕਰਾਂ। ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਬੀਰ ਅੰਬਰ ਕਨ ਹਰ ਛਾਇਆ, ਬਰਖ ਭਰੇ ਸਰ ਤਾਲ। ਕਹਿੰਦੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਕਾਸ਼ ਭਰਿਆ ਹੋਇਆ ਹੈ ਬੱਦਲਾਂ ਦੇ ਨਾਲ। ਹੁਣ ਇਹ ਬੱਦਲ ਬੜੇ ਵਰਸ ਗਏ ਨੇ, ਸਾਰੇ ਸਰ ਤਾਲ ਭਰ ਗਏ ਨੇ, ਪਰ ਚਾਤ੍ਰਿਕ ਪੰਛੀ ਅਜੇ ਵੀ ਅਤ੍ਰਿਪਤ ਹੈ। ਉਹਦੀ ਜਿਹੜੀ ਪਿਆਸ ਹੈ ਉਹਦਾ ਕੀ ਭਾਵ ਹੋਏਗਾ, ਉਸ ਨੂੰ ਬੁਝਾਉਣ ਦਾ ਯਤਨ ਕੌਣ ਕਰੇਗਾ। ਹੁਣ ਪਹਿਲਾਂ ਆਰੰਭ ਦੇ ਵਿੱਚ ਇੱਕ ਨੁਕਤਾ ਅਰਜ ਕੀਤਾ ਸੀ ਕਿ ਅਧਿਆਤਮਿਕ ਜਗਤ ਵਿੱਚ ਜਿਉਣ ਵਾਲੇ ਬੰਦੇ ਕਿਸੇ ਨਾ ਕਿਸੇ ਹੱਦ ਤੱਕ ਇੱਕ ਮੁਕਾਮ ਨੂੰ ਪਾ ਕੇ ਸੰਤੁਸ਼ਟ ਹੋ ਜਾਂਦੇ ਨੇ। ਇਹਦਾ ਵਿਵਰਣ ਇਸ ਪ੍ਰਕਾਰ ਹੈ ਕਿ ਜਿਵੇਂ ਕਈਆਂ ਦੀ ਜਿਹੜੀ ਅਧਿਆਤਮਿਕ ਪਿਆਸ ਹੈ ਉਹ ਕਥਾ ਕੀਰਤਨ ਦੇ ਨਾਲ ਤ੍ਰਿਪਤ ਹੋ ਜਾਂਦੀ ਹੈ, ਕਿ ਕਥਾ ਸ਼ਰਵਣ ਕਰ ਲਈ, ਕੀਰਤਨ ਸ਼ਰਵਣ ਕਰ ਲਿਆ ਅਤੇ ਜੀਵਨ 'ਚ ਕੋਈ ਰਸ ਦੀ ਅਵਸਥਾ ਬਣ ਗਈ। ਇਹ ਰਸ ਦੀ ਅਵਸਥਾ ਉਹਨਾਂ ਦੀ ਥੋੜ੍ਹੀ ਨਿਰੰਤਰ ਵੀ ਹੋ ਗਈ, ਥੋੜ੍ਹੀ ਦ੍ਰਿੜ ਵੀ ਹੋ ਗਈ, ਕਿ ਮਤਲਬ ਉਹਦੇ ਅੰਦਰ ਕੋਈ ਹਿਲਜੁਲ ਨਹੀਂ ਵਾਪਰਦੀ, ਡਗਮਗ ਨਹੀਂ ਵਾਪਰਦਾ, ਤਾਂ ਉਹ ਇਹਦੇ ਨਾਲ ਤ੍ਰਿਪਤ ਹੋ ਜਾਂਦੇ ਹਨ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਚਾਤ੍ਰਿਕ ਵਰਗੀ ਪਿਆਸ ਜਾਗੀ ਹੈ, ਉਹਨਾਂ ਦੇ ਲਈ ਜੀਵਨ ਦੀ ਜਿਹੜੀ ਇੱਕ ਖਾਸ ਪੱਧਰ 'ਤੇ ਜਾ ਕੇ ਸੰਤੁਸ਼ਟਗੀ ਪੈਦਾ ਹੋਣੀ ਹੈ, ਜਾਂ ਉਹਨਾਂ ਦਾ ਅਸਲ ਮੁਕਾਮ ਲੱਭਣਾ ਹੈ, ਉਹ ਉਹਨਾਂ ਨੂੰ ਸਵਾਂਤ ਬੂੰਦ ਦੇ ਨਾਲ ਲੱਭਦਾ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਪੜ੍ਹੀ, ਉਹਦੇ ਵਿੱਚ ਜ਼ਿਕਰ ਆਉਂਦਾ ਹੈ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਪੋਏ ਮਿਲ ਗਿਆ ਪਰਿਆ ਕਲੇਜੇ ਛੇਕ। ਕਿ ਉਂਝ ਗੁਰੂ ਦਾ ਸ਼ਬਦ ਦਾ ਜਿਹੜਾ ਤੀਰ ਰੂਪ ਹੈ, ਉਪਦੇਸ਼ ਰੂਪ ਹਨ, ਉਹ ਮੈਨੂੰ ਚਾਹੀਦਾ ਜਿਹੜਾ ਮੇਰੇ ਜੀਵਨ ਦੇ ਆਰ ਪਾਰ ਹੋਵੇ, ਜਿਹੜਾ ਜੀਵਨ ਦਾ ਆਹ ਰਸ ਹੈ ਜਿਹੜਾ ਭਗਤੀ ਵਿੱਚੋਂ ਮਿਲਦਾ, ਜਿਹਦੇ ਨਾਲ ਥੋੜ੍ਹਾ ਸਮਾਂ ਮਨ ਦਾ ਟਿਕਾਅ ਬਣ ਜਾਂਦਾ ਹੈ, ਜਿਹੜੀ ਮਨ ਦੇ ਫੁਰਨਿਆਂ ਨੂੰ ਵਿਰਾਮ ਲੱਗ ਜਾਂਦਾ, ਜਾਂ ਹੋਰ ਸਾਰਾ ਕੁਝ ਵਾਪਰਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਚਾਤ੍ਰਿਕ ਵਰਗੇ ਜਗਿਆਸੂ ਹਨ ਉਹ ਇਸ ਆਨੰਦ ਦੇ ਨਾਲ, ਇਸ ਟਿਕਾਅ ਦੇ ਨਾਲ ਵੀ ਆਪਣੇ ਆਪ ਨੂੰ ਪੂਰਨ ਨਹੀਂ ਸਮਝਦੇ, ਕਿ ਇਹ ਤਾਂ ਫਿਰ ਕਿਸੇ ਨਾ ਕਿਸੇ ਹਾਲਤ ਦੇ ਵਿੱਚ ਭੰਗ ਹੋ ਜਾਂਦਾ ਹੈ। ਉਹ ਟਿਕਾਅ ਚਾਹੀਦਾ ਹੈ ਜਿਵੇਂ ਤੀਰ, ਜਿਹਨੂੰ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਪਰਿਆ ਕਲੇਜੇ ਛੇਕ, ਕਿ ਜਿਹੜਾ ਆਰ ਪਾਰ ਹੋਵੇ। ਇਹਨੂੰ ਮੌਲਾਨਾ ਰੂਮੀ ਕਹਿੰਦੇ ਹਨ ਕਿ ਜਿਹੜਾ ਪ੍ਰਕਾਸ਼ ਹੈ ਉਦੋਂ ਦਾਖਲ ਹੁੰਦਾ ਹੈ ਸਾਡੇ ਜੀਵਨ ਦੇ ਵਿੱਚ, ਜਦੋਂ ਜੀਵਨ ਦੇ ਕਿਸੇ ਖਾਸ ਹਿੱਸੇ ਦੇ ਵਿੱਚ ਜ਼ਖਮ ਹੋਵੇ, ਤਾਂ ਉਹਦੇ ਅੰਦਰ ਭਾਵ ਕਿ ਓਨਾ ਵੱਡਾ ਇੱਕ ਬਿਰਹਾ ਪੈਦਾ ਹੋਵੇ, ਉਸ ਬਿਰਹਾ ਦੇ ਵਿੱਚੋਂ ਪਿਆਸ ਵੀ ਵੱਡੀ ਪੈਦਾ ਹੋਵੇ। ਜਿਵੇਂ ਉਦਾਹਰਨ ਦੇ ਤੌਰ 'ਤੇ ਸਾਨੂੰ ਇਹ ਅਹਿਸਾਸ ਬੜਾ ਦੀਰਘ ਹੁੰਦਾ ਹੀ ਨਹੀਂ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਆਰਾਮ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਾਤ੍ਰਿਕ ਜਿਉਂ ਤਰਸਤਰ ਹੈ। ਹੁਣ ਚਾਤ੍ਰਿਕ ਕਿਉਂ ਤਰਸਦਾ, ਉਹਦੀ ਇੱਕ ਸਮੱਸਿਆ ਵੀ ਹੈ। ਜਿਹੜਾ ਚਾਤ੍ਰਿਕ ਪੰਛੀ, ਉਹਦੀ ਚੁੰਝ ਦਾ ਮਾਲਕ ਨੇ ਰੂਪ ਹੀ ਐਸਾ ਬਣਾਇਆ ਹੈ ਕਿ ਉਹ ਹੇਠਾਂ ਤੋਂ ਪਾਣੀ ਨਹੀਂ ਪੀ ਸਕਦਾ। ਉਹਦਾ ਮੁੱਖ ਜਦੋਂ ਆਕਾਸ਼ ਵੱਲ ਨੂੰ ਹੋਏਗਾ ਉਦੋਂ ਹੀ ਉਹਦੀ ਜਿਹੜੀ ਹਿੱਸਾ ਉਹਦੇ ਵਿੱਚੋਂ ਡਿੱਗੇਗਾ, ਔਰ ਉਹਦੇ ਵਿੱਚ ਵੀ ਹੁਣ ਕਹੇਗਾ ਕਿ ਮਨੋ ਉਸ ਨੇ ਉੱਪਰ ਕਰ ਲਿਆ ਮੁੱਖ, ਅਤੇ ਉਹਦੇ ਵਿੱਚ ਤਾਂ ਬੜਾ ਜਲ ਡਿੱਗ ਜਾਏਗਾ।
ਪਰ ਉਸ ਜਲ ਦੇ ਡਿੱਗਣ ਵਿੱਚ ਉਹਨੂੰ ਇੱਕ ਖਾਸ ਬੂੰਦ ਦੀ ਕਸ਼ਿਸ਼ ਹੈ ਜਿਹੜੀ ਸਵਾਂਤ ਰੂਪ ਹੋ ਕੇ ਉਹਨੂੰ ਤ੍ਰਿਪਤ ਕਰਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਿਹੜੇ ਚਾਤਰਿਕ ਵਰਗੇ ਜਗਿਆਸੂ ਹੋ ਗਏ ਹਨ ਉਹ ਸਵਾਂਤ ਬੂੰਦ ਦੀ ਮੰਗ ਕਰਦੇ ਹਨ। ਇਹਨੂੰ ਅਵਸਥਾ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਜਦ ਅਸੀਂ ਪਹਿਲੀ ਦਫਾ ਗੁਰਬਾਣੀ ਨਾਲ ਜੁੜਦੇ ਹਾਂ ਉਦੋਂ ਬਹੁਤ ਸਾਰੇ ਜਗਿਆਸੂਆਂ ਨੂੰ ਆਪਣੇ ਮਨ ਦੀ, ਆਪਣੀ ਦੇਹ ਦੀ ਅਤੇ ਆਪਣੇ ਪੂਰਬਲੇ ਜੀਵਨ ਦੀ ਹਾਲਤ ਨਹੀਂ ਸਮਝ ਹੁੰਦੀ। ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕਿਸ ਪਿਆਸ ਦੇ ਵਿੱਚੋਂ ਚੱਲ ਰਹੇ ਹਾਂ ਅਤੇ ਸਾਡੀ ਇਸ ਪਿਆਸ ਦੀ ਜਿਹੜੀ ਤ੍ਰਿਪਤੀ ਆ ਉਹ ਕਿਸ ਢੰਗ ਨਾਲ ਹੋਵੇਗੀ ਅਤੇ ਕਿੱਥੇ ਕੁ ਜਾ ਕੇ ਹੋਵੇਗੀ। ਇਸ ਕਰਕੇ ਉਹ ਇੱਕ ਅਚੇਤ ਭਾਵ ਦੇ ਵਿੱਚ ਚੱਲ ਪੈਂਦੇ ਹਨ। ਚੱਲਦਿਆਂ ਥੋੜ੍ਹੀ ਉਹਨਾਂ ਦੀ ਜਿਹੜੀ ਜਦੋਂ ਮਨ ਸ਼ੁੱਧ ਹੁੰਦਾ ਹੈ, ਸੁਰਤ ਥੋੜ੍ਹੀ ਉਚਾਈ ਵਾਲੀ ਹੁੰਦੀ ਹੈ ਅਤੇ ਉਹਨਾਂ ਦੇ ਜੀਵਨ 'ਚ ਟਿਕਾਅ ਵਾਪਰਨਾ ਸ਼ੁਰੂ ਹੋ ਜਾਂਦਾ। ਉਹਨੂੰ ਇਵੇਂ ਕਹਿ ਲਓ ਕਿ ਮਨ ਦੇ ਫੁਰਨੇ ਵਿਰਾਮ ਲੈ ਜਾਂਦੇ ਨੇ। ਸੁਰਤ ਜਿਹੜੀ ਹੈ ਉਹ ਗੁਰੂ ਚਰਨਾਂ ਵੱਲ ਰੁਚਿਤ ਹੋਣਾ ਸ਼ੁਰੂ ਹੋ ਜਾਂਦੀ ਹੈ। ਇਸ ਅਵਸਥਾ ਨੂੰ ਮਾਣ ਕੇ ਉਹ ਤ੍ਰਿਪਤ ਹੋ ਜਾਂਦੇ ਹਨ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਾਤ੍ਰਿਕ ਜਿਉਂ ਤਰਸਤਰ ਹੈ, ਜਿਹਨੇ ਹੁਣ ਗੁਰੂ ਸ਼ਬਦ ਦੇ ਸਮੁੱਚੇ ਗਿਆਨ ਨੂੰ ਵੀ ਆਪਣੇ ਅੰਦਰ ਧਾਰਨ ਕਰ ਲਿਆ ਹੈ, ਜਿਹਦੀ ਸੁਰਤ ਵੀ ਬਿਲਕੁਲ ਗੁਰੂ ਚਰਨਾਂ ਦੇ ਨਾਲ ਇੱਕ ਖਿੰਨ ਦੀ ਵੀ ਉਹਦੇ ਅੰਦਰ ਹਿਲਜੁਲ ਨਹੀਂ ਵਾਪਰਦੀ, ਜਿਹੜਾ ਮਨ ਪੂਰੀ ਤਰ੍ਹਾਂ ਸਮਰਪਣ ਹੋ ਕੇ ਸ਼ੁੱਧ ਹੋ ਚੁੱਕਾ ਹੈ। ਇੰਨਾ ਜ਼ਿਆਦਾ ਸ਼ੁੱਧ ਹੋਣ ਤੋਂ ਬਾਅਦ ਵੀ ਦੇਖੋ ਕਿ ਉਹਨੂੰ ਕਿਸ ਚੀਜ਼ ਦੀ ਤਲਾਸ਼ ਹੈ ਜਿਹਦੇ ਕਰਕੇ ਉਹ ਇੰਨੀ ਭਰਪੂਰਤਾ ਤੋਂ ਬਾਅਦ ਵੀ ਕੁਝ ਹੋਰ ਦੀ ਮੰਗ ਕਰੇ। ਇਹਦਾ ਮਤਲਬ ਹੈ ਕਿ ਭਗਤੀ ਦੇ ਵਿੱਚ ਜਦ ਮਨੁੱਖ ਚੱਲਦਾ ਹੈ ਉਹਦੇ ਅੰਦਰ ਕਈ ਅਵਸਥਾਵਾਂ ਦੇ ਅਨੁਭਵ ਇਕੱਠੇ ਹੀ ਚੱਲਦੇ ਨੇ ਅਤੇ ਉਹ ਫਿਰ ਉਹਨਾਂ ਅਵਸਥਾਵਾਂ ਦੇ ਫਰਕ ਵੀ ਮਾਣਦਾ ਹੈ। ਉਹਨਾਂ ਦੇ ਫਰਕਾਂ ਨੂੰ ਦੇਖ ਕੇ, ਉਹਦੇ ਅੰਤਰਾਂ ਨੂੰ ਦੇਖ ਕੇ ਫਿਰ ਉਹਨੂੰ ਪਤਾ ਵੀ ਹੁੰਦਾ ਹੈ ਕਿ ਜਿਹੜੀ ਅਜੇ ਤੱਕ ਸੰਪੂਰਨਤਾ ਨਹੀਂ ਬਣ ਰਹੀ, ਇਹਦਾ ਮਤਲਬ ਹੈ ਮੈਨੂੰ ਅਜੇ ਅਸਲ ਨਹੀਂ ਪ੍ਰਾਪਤ ਹੋਇਆ। ਜੇ ਅਸਲ ਪ੍ਰਾਪਤ ਹੋ ਜਾਵੇ ਤਾਂ ਮੇਰੀ ਜਿਹੜੀ ਆ ਪਿਆਸ ਹੈ ਮੁੱਕ ਜਾਵੇ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਉੱਚ ਪੱਧਰ ਦੇ ਜਗਿਆਸੂ ਹਨ, ਅਧਿਆਤਮਿਕ ਸਾਧਕ ਹਨ, ਉਹ ਸਰਲ ਢੰਗ ਦੇ ਨਾਲ ਨਹੀਂ ਤ੍ਰਿਪਤ ਹੁੰਦੇ। ਜਿਵੇਂ ਇਹਨੂੰ ਇਉਂ ਕਹਿ ਲਓ, ਜਿਵੇਂ ਕਥਾ ਸੁਣਨ ਦਾ ਨੁਕਤਾ ਹੈ, ਕਿਸੇ ਦਾ ਹੈ ਕਿ ਜੀ ਸਰਲ ਜਿਹਾ, ਕਿਸੇ ਦਾ ਹੈ ਬੜਾ ਡੈਂਸ, ਤਾਂ ਕਿਸੇ ਦਾ ਹੋ ਸਕਦਾ ਇਸ ਤੋਂ ਵੀ ਅਗੇਰਾ, ਜਿਹਦੇ ਵਿੱਚ ਜੀਵਨ ਦੀ ਅਨੁਭਵ ਦਾ ਬਿਆਨ ਹੋਵੇ, ਜਿਹਦੇ ਵਿੱਚ ਵਿੱਦਿਆ ਦਾ ਬਿਆਨ ਵੀ ਨਹੀਂ, ਗਿਆਨ ਦਾ ਬਿਆਨ ਵੀ ਨਹੀਂ, ਅਵਸਥਾ ਦਾ ਬਿਆਨ ਹੋਵੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਚਾਤਰਿਕ ਵਾਲੀ ਆਪਣੀ ਅਵਸਥਾ ਬਣਾ ਲਈ ਹੈ ਉਹ ਫਿਰ ਗੁਰੂ ਸ਼ਬਦ ਦਾ ਉਪਦੇਸ਼ ਉਸ ਢੰਗ ਦੇ ਨਾਲ ਚਾਹੁੰਦੇ ਹਨ ਜਿਹਨੂੰ ਸੁਣਨ ਦੇ ਨਾਲ ਉਹਨਾਂ ਦੇ ਅੰਦਰ ਮਹਾਂ ਟਿਕਾਅ ਵਾਪਰੇ, ਉਹ ਮਹਾਂ ਆਨੰਦਿਤ ਹੋ ਜਾਣ। ਜੇ ਅਗਰ ਨਹੀਂ ਹੁੰਦਾ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹੋ ਜਿਹੇ ਚਾਤਰਿਕਾਂ ਦੀ ਇਹਦਾ ਭਾਵ ਇਹ ਹੈ ਕਿ ਇਸ ਨੂੰ ਭਗਤ ਕਬੀਰ ਸਾਹਿਬ ਜੀ ਇਉਂ ਵੀ ਆਖ ਰਹੇ ਹਨ ਕਿ ਜਿਹੜੀ ਜੀਵਨ ਦੀ ਵੱਡੀ ਅਵਸਥਾ ਦਾ ਅਨੁਭਵ ਹੈ ਚਾਤਰਿਕ ਹੋ ਕੇ ਹੀ ਮਾਣਿਆ ਜਾ ਸਕਦਾ ਹੈ। ਜਿਵੇਂ ਪਿਆਸ ਨਾ ਹੋਵੇ ਅਤੇ ਪਾਣੀ ਦੀ ਉਨੀ ਕਦਰ ਨਹੀਂ ਬਣਦੀ, ਪਿਆਸ ਹੋਵੇ ਤਾਂ ਪਾਣੀ ਦੀ ਕਦਰ ਹੁੰਦਾ ਉਹੀ ਚੀਜ਼ ਹੈ, ਪਰ ਗੱਲ ਕੀ ਹੈ ਕਿ ਆਪਣੇ ਅੰਦਰ ਪਿਆਸ ਪੈਦਾ ਹੋ ਗਈ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਚਾਤਰਿਕ ਵਰਗੀ ਪਿਆਸ ਪੈਦਾ ਹੋ ਜਾਂਦੀ ਹੈ ਫਿਰ ਮਨੁੱਖ ਵੱਡੇ ਮੁਕਾਮ ਭਾਲਦਾ ਹੈ। ਕਬੀਰ ਚੱਕਈ ਜੋ ਨਿਸਬੀਸ਼ੁਰੈ, ਆਏ ਮਿਲੈ ਪ੍ਰਭਾਤ। ਅਗਲੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸਾਡੇ ਜੀਵਨ ਦੀ ਸਫਲਤਾ ਦੋ ਕਾਰਨਾਂ ਕਰਕੇ ਹੈ। ਇੱਕ ਹੈ ਕਿ ਇਸ ਜੀਵਨ ਦੇ ਵਿੱਚ ਪ੍ਰਭੂ ਦੀ ਯਾਦ ਸੰਭਾਲ ਕਰਕੇ ਉਹਦੇ ਮਿਲਾਪ ਦੀ ਸਿੱਖ ਪੈਦਾ ਕਰ ਲਈਏ, ਅਤੇ ਦੂਜਾ ਹੈ ਉਹਦੇ ਮਿਲਾਪ ਦੀ ਸਿੱਖ ਨੂੰ ਇਸੇ ਜੀਵਨ ਦੇ ਵਿੱਚ ਹੀ ਪੂਰਾ ਕਰ ਲਈਏ। ਪਰ ਭਗਤ ਕਬੀਰ ਸਾਹਿਬ ਜੀ ਇਸੇ ਨੁਕਤੇ 'ਤੇ ਸਾਨੂੰ ਕੇਂਦਰਿਤ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਬੀਰ ਚੱਕਈ ਜੋ ਨਿਸਬੀਸ਼ੁਰੈ, ਆਏ ਮਿਲੈ ਪ੍ਰਭਾਤ। ਚੱਕਈ ਇੱਕ ਜੀਵ ਹੁੰਦਾ ਜਿਹਨੂੰ ਚੱਕਵੀ ਕਿਹਾ ਜਾਂਦਾ ਹੈ, ਉਹਦਾ ਸੂਰਜ ਦੇ ਨਾਲ ਨੇਹੋ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਦਾ ਵਿਛੋੜਾ ਉਦੋਂ ਵਾਪਰਦਾ ਹੈ ਚੱਕਵੀ ਦਾ ਸੂਰਜ ਦੇ ਨਾਲੋਂ ਜਦ ਰਾਤ ਹੋ ਜਾਂਦੀ, ਕਿਉਂਕਿ ਰਾਤ ਸਮੇਂ ਸੂਰਜ ਨਹੀਂ ਹੁੰਦਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਨਾਂ ਦੇ ਵਿਛੋੜੇ ਦੀ ਹਾਲਤ ਇੱਕ ਰਾਤ ਵਾਪਰਦੀ ਹੈ। ਜਦੋਂ ਦਿਨ ਚੜ੍ਹਦਾ ਚੱਕਵੀ ਜਿਹੜੀ ਫਿਰ ਸੂਰਜ ਨੂੰ ਦੇਖਣਾ ਜਿਹੜਾ ਆਰੰਭ ਕਰ ਦਿੰਦੀ ਹੈ ਅਤੇ ਉਹਦਾ ਚੱਕਵੇ ਦੇ ਰੂਪ ਵਿੱਚ ਉਹਦੇ ਨਾਲ ਮਿਲਾਪ ਹੋ ਜਾਂਦਾ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਨਰ ਵਿਛਰੇ ਰਾਮ ਸਿਉ, ਨਾ ਦਿਨ ਮਿਲੇ ਨਾ ਰਾਤ। ਜਿਹੜੇ ਪ੍ਰਭੂ ਤੋਂ ਵਿਛੁੰਨੇ ਗਏ ਹਨ, ਵਿਛੜ ਗਏ ਹਨ, ਉਹ ਨਾ ਦਿਨ ਵੇਲੇ ਮਿਲ ਸਕਦੇ ਹਨ ਨਾ ਰਾਤ ਵੇਲੇ ਮਿਲ ਸਕਦੇ ਹਨ। ਮਤਲਬ ਇਸ ਗੱਲ ਨੂੰ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ ਤਾਂ ਭਗਤ ਕਬੀਰ ਸਾਹਿਬ ਜੀ ਦੇ ਸਨਮੁਖ ਇਹ ਘਟਨਾ ਵਾਪਰੀ ਕਿ ਚੱਕਵੀ ਜਿਹੜੀ ਹੈ ਉਹਦਾ ਵਿਛੋੜਾ ਸੂਰਜ ਦੇ ਨਾਲੋਂ ਰਾਤ ਦੇ ਟਾਈਮ ਦਾ ਹੀ ਹੈ। ਰਾਤ ਜਦ ਬੀਤ ਜਾਂਦੀ ਹੈ ਫਿਰ ਉਹਦਾ ਮਿਲਾਪ ਹੋ ਜਾਂਦਾ ਅਤੇ ਇਸ ਕਰਕੇ
ਉਹਦੇ ਲਈ ਜਿਹੜੀ ਵਿਛੋੜੇ ਦਾ ਪਲ ਹੈ ਉਹ ਛੋਟਾ ਹੈ, ਕੇਵਲ ਰਾਤ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਨਰ ਵਿਛੜੇ RAM ਸਿਉ, ਜਿਹੜੇ ਪ੍ਰਭੂ ਜਾਤ ਤੋਂ ਵਿਛੁੰਨੇ ਹਨ, ਜੇ ਉਹ ਸੋਚਣਗੇ ਕਿ ਜੀਵਨ ਦਾ ਆਹ ਪਲ ਬੀਤ ਕੇ ਸ਼ਾਇਦ ਅਗਲੇ ਪਲ ਵਿੱਚ ਮਿਲ ਜਾਵਾਂਗੇ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਨਹੀਂ ਮਿਲਿਆ ਜਾਵੇਗਾ, ਕਿਉਂਕਿ ਉਹ ਪ੍ਰਕਿਰਤਕ ਹਵਾਲਾ ਨਹੀਂ ਹੈ ਉਹਦੇ ਵਿੱਚ। ਕਿਉਂਕਿ ਚੱਕਵੀ ਤਾਂ ਪ੍ਰਕਿਰਤੀ ਦੇ ਆਧਾਰਿਤ ਹੈ ਅਤੇ ਪ੍ਰਕਿਰਤੀ ਦੇ ਵਿੱਚ ਦਿਨ ਰਾਤ ਦਾ ਖੇਲ ਚੱਲਦਾ ਰਹਿੰਦਾ, ਇਸ ਕਰਕੇ ਉਹਦਾ ਵਿਛੜਨਾ ਵੀ 10-12 ਘੰਟੇ ਦਾ ਹੀ ਹੋਏਗਾ, ਫਿਰ ਮਿਲਾਪ ਸੰਭਵ ਹੈ। ਪਰ ਜਿਹੜੇ ਪ੍ਰਭੂ ਜਾਤ ਤੋਂ ਵਿਛੜੇ ਹਨ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਨਾਂ ਦਾ ਪ੍ਰਕਿਰਤੀ 'ਤੇ ਆਧਾਰਿਤ ਨਹੀਂ ਹੈ, ਕਿ ਇਹ ਨਹੀਂ ਕਿ ਇੱਕ ਦਿਨ ਦੀ ਸੰਭਾਲ ਛੁੱਟ ਗਈ ਅਤੇ ਦੂਜੇ ਦਿਨ ਦੇ ਵਿੱਚ ਜੁੜ ਜਾਣ, ਕਿ ਆਪਣਾ ਯਤਨ ਉੱਥੇ ਕੋਈ ਅਹਿਮੀਅਤ ਨਹੀਂ ਰੱਖਦਾ। ਇਸ ਕਰਕੇ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਨਾ ਦਿਨ ਮਿਲੇ ਨਾ ਰਾਤ, ਤਾਂ ਇਹਦਾ ਭਾਵ ਇਹ ਹੈ ਕਿ ਜਦੋਂ ਮਨੁੱਖ ਦੇ ਅੰਦਰ ਪ੍ਰਭੂ ਦੀ ਯਾਦ ਤੋਂ ਵਿਛੜਨ ਦਾ ਅਵਿਦਿਆ ਪੱਖ, ਅਗਿਆਨ ਪਸਰ ਜਾਂਦਾ ਹੈ ਅਤੇ ਉਹ ਧਾਤ ਮੁਖੀ ਹੋ ਜਾਂਦਾ ਹੈ। ਗੁਰਬਾਣੀ ਵਿੱਚ ਵਾਕ ਆਉਂਦਾ, ਨਾਨਕ ਲਿਵੈ ਧਾਤ ਜੋੜ ਨਾ ਆਵਈ। ਇਸੇ ਪ੍ਰਕਾਰ ਕਿ ਜਿਹੜੇ ਲਿਵ ਮੁਖੀ ਜੀਵਨ ਨੂੰ ਛੱਡ ਚੁੱਕੇ ਹਨ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਾਹਰੀ ਤੌਰ 'ਤੇ ਕੇਂਦਰਿਤ ਹੋ ਕੇ ਜੀਵਨ ਜਿਉ ਰਹੇ ਹਨ। ਜੇ ਉਹ ਸਮਝਣਗੇ, ਉਹ ਸਮਝਦੇ ਨੇ ਕਿ ਸ਼ਾਇਦ ਜਿਵੇਂ ਚੱਕਵੀ ਦਾ 12 ਘੰਟੇ ਬਾਅਦ ਮਿਲਾਪ ਹੋ ਜਾਂਦਾ ਹੈ, ਸਾਡਾ ਵੀ ਹੋ ਜਾਏਗਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ ਦਿਨ ਮਿਲੇ ਨਾ ਰਾਤ। ਹੁਣ ਇਹਦਾ ਅਨੁਭਵ ਕੀ ਹੈ ਇਸ ਸ਼ਬਦ ਦਾ, ਕਿ ਜਦੋਂ ਮਨੁੱਖ ਜੀਵਨ ਦਾ ਆਰੰਭ ਹੁੰਦਾ ਹੈ, ਉਹਨੇ ਆਪਣੇ ਜੀਵਨ ਦੇ ਅਸਲ ਆਨੰਦ ਨੂੰ ਸਿਮਰਨ ਦੇ ਵਿੱਚ ਹੀ ਮਾਣਿਆ ਹੈ, ਗਰਭ ਕਾਲ ਦੇ ਸਿਮਰਨ ਦੇ ਵਿੱਚ ਹੀ ਮਾਣਿਆ ਹੈ। ਪਰ ਜਦੋਂ ਜਗਤ ਵਿੱਚ ਆਉਂਦਾ ਹੈ, ਉਹਦੀ ਲਿਵ ਜਾਂ ਤਾਂ ਕਮਜ਼ੋਰ ਹੋ ਜਾਂਦੀ ਹੈ ਜਾਂ ਟੁੱਟ ਜਾਂਦੀ ਹੈ, ਅਤੇ ਜਿਹੜੇ ਪ੍ਰਭੂ ਸਿਮਰਨ ਦੁਆਰਾ ਉਹਦੇ ਅੰਦਰ ਟਿਕਾਅ ਪੈਦਾ ਹੋਣੇ ਨੇ, ਉਹ ਉਹਨਾਂ ਨੂੰ ਛੱਡ ਬੈਠਦਾ ਹੈ ਅਤੇ ਉਹ ਦੁਨਿਆਵੀ ਤ੍ਰਿਪਤੀ ਦੇ ਨਾਲ ਉਹਨਾਂ ਦੇ ਟਿਕਾਅ ਭਾਲਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਮਨੁੱਖ ਨੂੰ ਇਹ ਨਹੀਂ ਪਤਾ ਕਿ ਮੇਰਾ ਆਤਮਿਕ ਖੇੜਾ ਕਿਹਦੇ ਨਾਲ ਬਣਨਾ ਹੈ। ਉਹ ਸਮਝਦਾ ਹੈ ਕਿ ਸ਼ਾਇਦ ਪ੍ਰਭੂ ਤੋਂ ਦੂਰ ਗਿਆ ਉਹਦੀ ਯਾਦ ਨੂੰ, ਸ਼ਬਦ ਦੇ ਅਭਿਆਸ ਨੂੰ ਛੱਡਿਆਂ ਜਿਹੜਾ ਹੈ ਮੇਰੇ ਅੰਦਰ ਆਤਮਿਕ ਖੇੜਾ ਵਰਤ ਜਾਏਗਾ। ਪਰ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਜਿਹੜੀ ਸਦਾ ਵਿਗਾਸ ਦੀ ਗੱਲ ਆਉਂਦੀ ਹੈ, ਉਹਦੇ ਵਿੱਚ ਇੱਕ ਨੁਕਤਾ ਇਹ ਵੀ ਹੈ ਵੀ ਉਹ ਸ਼ਰਵਣ ਭਗਤੀ ਦੇ ਨਾਲ ਹੀ ਸਦਾ ਵਿਗਾਸ ਬਣਦਾ ਹੈ, ਕਿਉਂਕਿ ਸ਼ਰਵਣ ਦੇ ਨਾਲ ਮਨੁੱਖ ਦੇ ਗਿਆਨ ਦੇ ਹਿੱਸੇ ਸ਼ਾਂਤ ਹੁੰਦੇ ਨੇ, ਕਿ ਜਿਹੜੇ ਹਿੱਸੇ ਕਿਸ ਤਰ੍ਹਾਂ ਵੀ ਸ਼ਾਂਤ ਨਹੀਂ ਹੋਣੇ, ਉਹਨਾਂ 'ਤੇ ਸੁਣਨ ਦੇ ਨਾਲ ਗਿਆਨ ਪ੍ਰਾਪਤੀ ਹੁੰਦੀ ਹੈ। ਅਤੇ ਗਿਆਨ ਪ੍ਰਾਪਤੀ ਦੇ ਨਾਲ ਜਦੋਂ ਮਨ ਆਪਣਾ ਸੰਤੁਲਨ ਇੱਕ ਸੁਰਤਾ ਬਣਾ ਲੈਂਦਾ ਹੈ, ਉਹਨਾਂ ਅੰਦਰ ਟਿਕਾਅ ਬਣ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜੋ ਨਰ ਵਿਛੜੇ RAM ਸਿਉ। ਹੁਣ ਵਿਛੜਨ ਦੀ ਕੀ ਹਾਲਤ ਹੈ? ਵਿਛੜਨ ਦੀ ਹਾਲਤ ਇਹ ਹੈ ਕਿ ਜੀਵਨ ਦਾ ਬੜਾ ਆਨੰਦ ਮਾਣਿਆ, ਪਰ ਜੀਵਨ ਦਾ ਅਸਲ ਨਹੀਂ ਤਲਾਸ਼ਿਆ। ਜੀਵਨ ਨੂੰ ਸਰੀਰ ਮੁਖੀ, ਮਨ ਮੁਖੀ ਤੌਰ 'ਤੇ ਜੀਵਿਆ, ਪਰ ਜੀਵਨ ਦਾ ਜਿਹੜਾ ਅਸਲ ਸੀ ਉਸ ਨੂੰ ਪਛਾਣਨ ਦੀ ਨਾ ਯਤਨ ਕੀਤਾ। ਇਹ ਵਿਛੜੇ ਹੋਣ ਵਾਲੀ ਹਾਲਤ ਹੈ। ਫਿਰ ਜੀਵਨ ਦੇ ਵਿੱਚ ਬਾਹਰੀ ਜਿਹੜੇ ਰਸ ਕਸ ਹਨ, ਉਹਨਾਂ ਦੇ ਆਨੰਦ ਨੂੰ ਸਿਰਮੌਰ ਮੰਨਦਾ ਰਿਹਾ, ਉਹਨਾਂ ਦੀ ਅਲਪ ਪੁਣੇ ਤੋਂ ਵੀ ਜਾਣੂ ਰਿਹਾ ਕਿ ਇਹ ਸਾਰੇ ਰਸ ਵਾਪਰਦੇ ਨੇ, ਪਰ ਇਹ ਘਟਦੇ ਵੀ ਰਹਿੰਦੇ ਨੇ। ਇਸ ਹਾਲਤ ਨੂੰ ਜਾਣ ਕੇ ਵੀ ਪਰਮ ਰਸ ਦੀ ਤਲਾਸ਼ ਨਾ ਕੀਤੀ, ਇਹ ਵੀ ਵਿਛੜਨ ਵਾਲੀ ਹਾਲਤ ਹੈ। ਫਿਰ ਇਸੇ ਪ੍ਰਕਾਰ ਇੱਕ ਭਗਤੀ ਰੱਤੇ ਜੀਵ ਦੇ ਜੀਵਨ ਨੂੰ, ਉਹਦੇ ਜੀਵਨ ਦੀ ਹਾਲਤ ਨੂੰ ਦੇਖਿਆ, ਆਪਣੇ ਤੇ ਉਹਦੇ ਫਰਕ ਵੀ ਸਮਝ ਆਏ, ਪਰ ਫਿਰ ਵੀ ਜਾਣਨ ਦੇ ਬਾਵਜੂਦ ਭਗਤੀ ਕਰਮ ਦੀ ਚਾਹਨਾ ਨਾ ਪੈਦਾ ਹੋਈ, ਤਾਂ ਇਹ ਵਿਛੜਨ ਵਾਲੀ ਹਾਲਤ ਹੈ। ਇਸੇ ਪ੍ਰਕਾਰ ਗੁਰਬਾਣੀ 'ਚ ਨਾ ਵਿਛੜਨ ਦਾ ਜ਼ਿਕਰ ਕਿਵੇਂ ਆਉਂਦਾ ਹੈ? ਕਹਿੰਦੇ ਜਿਸ ਪਲ ਦੇ ਵਿੱਚ ਪ੍ਰਭੂ ਮੇਰਾ ਤੇਰੇ ਨਾਲ ਅਸਲ ਦੇ ਵਿੱਚ ਨਾਤਾ ਟੁੱਟਦਾ। ਅਸਲ ਵਿੱਚ ਨਾਤਾ ਟੁੱਟਣ ਦਾ ਮਤਲਬ ਹੈ, ਹੁਣ ਜਿਵੇਂ ਅਸੀਂ ਬੰਦਗੀ ਕਰਮ ਨੂੰ ਵਾਚਦੇ ਹਾਂ, ਬੰਦਗੀ ਕਰਮ ਬੜੇ ਪ੍ਰਕਾਰਾਂ ਕਰਕੇ ਹੁੰਦਾ। ਅਸੀਂ ਸਮਝਦੇ ਸ਼ਾਇਦ ਬਾਣੀ ਪੜ੍ਹਨਾ ਜਾਂ ਹੋਰ ਕਰਮ ਕਰਨਾ ਹੀ ਬੰਦਗੀ ਦਾ ਸਿਲਸਿਲਾ ਹੈ। ਬੰਦਗੀ ਕਰਮ ਦਾ ਮਤਲਬ ਹੈ ਕਿ ਜੋ ਜੀਵਨ ਦੇ ਵਿੱਚ ਵਾਪਰ ਰਿਹਾ ਹੈ, ਜੋ ਜਿਵੇਂ ਵੀ, ਚਾਹੇ ਦੁੱਖ ਰੂਪ ਹੈ, ਸੁੱਖ ਰੂਪ ਹੈ, ਉਹਨੂੰ ਪ੍ਰਭੂ ਦੇ ਹੁਕਮ, ਉਹਦੀ ਰਜਾ, ਉਹਦੇ ਨਾਲ ਜੋੜ ਕੇ ਅਤੇ ਉਹਨੂੰ ਬਖਸ਼ਿਸ਼ ਰੂਪ ਦੇ ਵਿੱਚ ਹੀ ਹੰਡਾਉਣਾ। ਜਿਵੇਂ ਗੁਰੂ ਸਾਹਿਬ ਜੀ ਆਖਦੇ ਹਨ, ਜੇ ਸੁੱਖ ਦੇਹ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ। ਕਿ ਦੁੱਖ ਦੇ ਵਿੱਚ ਤੈਨੂੰ ਯਾਦ ਕਰਨਾ ਬੰਦਗੀ ਨਹੀਂ, ਦੁੱਖ ਦੇ ਵਿੱਚ ਜੇ ਦੁੱਖ ਦੇ ਨਾਲ ਮੈਨੂੰ ਸੰਤੁਲਨ ਬਣਾਉਣਾ ਆ ਗਿਆ ਹੈ ਅਤੇ ਮੈਂ ਤੈਨੂੰ ਉਹਦੀ ਰਜਾ ਰੂਪ ਮਾਣ ਕੇ ਹੰਢਾ ਰਿਹਾ ਹਾਂ। ਭਾਵੇਂ ਤੇਰੀ ਯਾਦ ਉਸ ਸਮੇਂ ਵਿਸਰੀ ਹੀ ਰਹੇ, ਪਰ ਜਿਹੜਾ ਤੇਰਾ ਦੁੱਖ ਮੈਨੂੰ ਪੂਰਾ ਕਬੂਲ ਹੋ ਰਿਹਾ ਹੈ, ਇਹ ਵੀ ਮੇਰੀ ਬੰਦਗੀ ਹੀ ਬਣ ਰਿਹਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਨਰ ਵਿਛੜੇ RAM ਸਿਉ।
मतलब ਜਿਹੜੇ ਜੀਵਨ ਦੀਆਂ तमाम ਬਖਸ਼ਿਸ਼ਾਂ ਨੂੰ, ਚਾਹੇ ਉਹ ਦੇਹੀ ਮਿਲੀ ਹੈ, ਚਾਹੇ ਜੀਵਨ ਦਾ ਕੋਈ ਵੱਡਾ ਪਸਾਰ ਮਿਲਿਆ ਹੈ, ਉਹਨਾਂ ਨੂੰ ਜੋੜ ਕੇ ਤੇ ਉਹਦਾ ਇੱਕ ਦੀਰਘ ਅਹਿਸਾਸ ਨਹੀਂ ਪੈਦਾ ਕਰਦੇ, ਸਮਝ ਲਓ ਵਿਛੜੇ ਹੀ ਹੋਏ ਹਨ। ਕਿਸ ਪ੍ਰਕਾਰ ਕਿ ਜੀਵਨ ਦੇ ਵਿੱਚ ਜੋ ਪ੍ਰਾਪਤ, ਜਿਵੇਂ ਪਹਿਲੇ ਸ਼ਲੋਕ ਵਿੱਚ ਜ਼ਿਕਰ ਆਇਆ ਕਿ ਚਾਤਕ ਨੂੰ ਬਾਕੀ ਸਾਰੀ ਵਰਖਾ ਦੇ ਨਾਲ ਕੋਈ ਭਾਵ ਨਹੀਂ ਹੈ, ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਰਾਮ ਤੋਂ ਵਿਛੜੇ ਹੋਏ ਹਨ ਉਹਨਾਂ ਦਾ ਲੱਛਣ ਕੀ ਹੈ ਕਿ ਜੀਵਨ ਦਾ ਜਿਤਨਾ ਉਹਨਾਂ ਨੂੰ ਆਨੰਦ ਸਹਿਜ ਕਰਕੇ ਪ੍ਰਾਪਤ ਹੋ ਰਿਹਾ ਆਮ ਢੰਗ ਦੇ ਨਾਲ, ਉਹ ਉਹਦੇ ਅੰਦਰਲੇ ਰਮਜ ਸਰੂਪ ਨੂੰ ਨਹੀਂ ਜਾਣਦੇ ਅਤੇ ਉਹਨੂੰ ਆਪਣੀ ਦੁਨਿਆਵੀ ਪੱਧਰ ਦੀ ਹੰਡਾਉਣਾ ਬਣਾ ਲੈਂਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਵਿਛੜੇ ਹਨ, ਨਾ ਦਿਨ ਮਿਲੇ ਨਾ ਰਾਤ, ਕਿਉਂਕਿ ਉਹਨਾਂ ਦੇ ਅੰਦਰ ਅਗਿਆਨ ਪਸਰ ਗਿਆ ਹੈ। ਹੁਣ ਇਹ ਅਗਿਆਨ ਦੀ ਹਾਲਤ, ਇਹ ਅਗਿਆਨ ਦੀ ਰਾਤ ਪਤਾ ਨਹੀਂ ਕਦੋਂ ਕੱਟੀ ਜਾਵੇ। ਜਿਹੜੀ ਪ੍ਰਕਿਰਤਕ ਤੌਰ 'ਤੇ ਰਾਤ ਹੈ ਉਹ ਤਾਂ 10-12 ਘੰਟੇ ਦੀ ਹੈ, ਪਰ ਜਿਹੜੀ ਅਗਿਆਨ ਵਾਲੀ, ਹੁਣ ਅਗਿਆਨ ਦੀ ਵੀ ਇੱਕ ਨੁਕਤਾ ਆਪਦੇ ਸਰਮੁਖ ਰੱਖਦਿਆਂ, ਇੱਕ ਸੂਫੀ ਫਕੀਰ ਦੇ ਕੋਲ ਕੋਈ ਜਗਿਆਸੂ ਗਿਆ, ਉਹਨੇ ਜਾ ਕੇ ਕਿਹਾ ਕਿ ਜਿਹੜਾ ਦਿਨ ਰਾਤ ਦਾ ਖੇਲ ਹੈ ਇਹਦੇ ਬਾਰੇ ਆਪ ਜੀ ਬੜਾ ਬਿਆਨ ਕਰ ਦਿਓ, ਪਰ ਜਿਹੜਾ ਮਨੁੱਖ ਦੇ ਅੰਦਰ ਅਗਿਆਨ ਵਾਪਰਦਾ ਇਹਦੀ ਹਾਲਤ ਕਿਵੇਂ ਕੱਟੀ ਜਾਂਦੀ ਹੈ, ਇਹਦਾ ਕੋਈ ਸੂਤਰ ਦਿਓ। ਤਾਂ ਉਸ ਸੂਫੀ ਫਕੀਰ ਨੇ ਕਿਹਾ ਕਿ ਪਹਿਲਾਂ ਤੈਨੂੰ ਅਗਿਆਨ ਤੋਂ ਜਾਣੂ ਹੋਣਾ ਪਏਗਾ, ਤਾਂ ਗਿਆਨ ਪ੍ਰਾਪਤ ਹੋਏਗਾ। ਕਹਿੰਦਾ ਅਗਿਆਨ ਤੋਂ ਜਾਣੂ ਹੋਵਾਂ ਕਿਸ ਪ੍ਰਕਾਰ? ਉਸ ਦਿਵਸ ਨੇ ਕਿਹਾ ਕਿ ਉਹ ਸ਼ਾਮ ਦਾ ਸਮਾਂ ਸੀ। ਇੱਕ ਸੂਫੀ ਫਕੀਰਾਂ ਦੇ ਕਥਨਾਂ ਦੇ ਵਿੱਚ ਇਹ ਬੜੀ ਵੱਡੀ ਗੱਲ ਹੈ ਕਿ ਹੁੰਦੇ ਬੜੇ ਸਰਲ ਨੇ ਪਰ ਹੁੰਦੇ ਬੜੇ ਗੋਹਜ ਨੇ। ਉਹ ਸ਼ਾਮ ਦੇ ਸਮੇਂ ਜਗਿਆਸੂ ਗਿਆ ਸੀ, ਉਹਨੇ ਕਿਹਾ ਸੀ ਕਿ ਜਿਹੜਾ ਅੰਦਰ ਅਗਿਆਨ ਵਾਪਰ ਜਾਂਦਾ ਹੈ ਇਹਦਾ ਕਿਵੇਂ ਪਤਾ ਲੱਗੇ, ਇਹਦਾ ਕਿਵੇਂ ਕਿਸ ਪ੍ਰਕਾਰ ਬੋਧ ਹੋਵੇ, ਅਤੇ ਫਿਰ ਗਿਆਨ ਹੋ ਗਿਆ ਇਹਦਾ ਕਿਵੇਂ ਪਤਾ ਲੱਗੇ, ਇਹਨਾਂ ਦੋਵਾਂ ਹਾਲਾਤਾਂ ਦਾ ਫਰਕ ਸਮਝਾਓ। ਉਹ ਸੂਫੀ ਫਕੀਰ ਨੇ ਬੜੀ ਕਮਾਲ ਦੀ ਗੱਲ ਕੀਤੀ। ਉਹਨੇ ਜਦੋਂ ਉਹਦਾ ਸਵਾਲ ਜਦੋਂ ਸੁਣ ਲਿਆ ਤਾਂ ਨੇੜੇ ਉਹਦੇ ਦੀਵਾ ਜਗ ਰਿਹਾ ਸੀ, ਉਹਨੇ ਉਸ ਦੀਵੇ ਨੂੰ ਬੁਝਾ ਦਿੱਤਾ, ਤਾਂ ਕਹਿਣ ਲੱਗਾ ਕਿ ਤੇਰੇ ਪਹਿਲੇ ਸਵਾਲ ਦਾ ਜਵਾਬ ਮਿਲ ਗਿਆ। ਉਹ ਬੜਾ ਹੈਰਾਨ ਹੋਇਆ ਕਿ ਬੋਲਿਆ ਕੱਖ ਨਹੀਂ, ਕਿਹਾ ਕੁਝ ਵੀ ਨਹੀਂ। ਫਿਰ ਉਹਨੇ ਦੀਵਾ ਜਗਾ ਦਿੱਤਾ ਅਤੇ ਫਿਰ ਦੀਵੇ ਦੇ ਉੱਪਰ ਉਹਨੇ ਆਪਣੇ ਹੱਥ ਰੱਖ ਦਿੱਤੇ, ਫਿਰ ਹੌਲੀ ਹੌਲੀ ਹੱਥ ਖੋਲ੍ਹ ਦਿੱਤੇ ਅਤੇ ਸਾਰੇ ਕਮਰੇ 'ਚ ਚਾਨਣ ਪਸਰ ਗਿਆ। ਉਹ ਕਹਿਣ ਲੱਗਾ ਤੇਰੇ ਦੂਜੇ ਸਵਾਲ ਦਾ ਵੀ ਜਵਾਬ ਮਿਲ ਗਿਆ। ਉਹ ਕਹਿਣ ਲੱਗਾ ਜੀ ਮੈਨੂੰ ਕੁਝ ਵੀ ਸਮਝ ਨਹੀਂ ਆਇਆ ਤੁਹਾਡੇ ਕਹਿਣ ਤੋਂ, ਮੈਨੂੰ ਸਪਸ਼ਟ ਦੱਸੋ। ਉਹ ਕਹਿਣ ਲੱਗਾ ਕਿ ਅਸਲ ਦੇ ਵਿੱਚ ਜਿਹੜੀ ਅਗਿਆਨ ਦੀ ਸਥਿਤੀ ਹੈ, ਹੁਣ ਦੇਖ ਤੈਨੂੰ ਹੁਣ ਵੀ ਜੀਵਨ ਦੇ ਵਿੱਚ ਕਿੰਨਾ ਕੁਝ ਪ੍ਰਾਪਤ ਹੈ, ਪਰ ਅਗਿਆਨ ਕਰਕੇ ਤੇਰੇ ਅਹਿਸਾਸ ਬੁਝੇ ਹੋਏ ਨੇ। ਜਿਵੇਂ ਦੀਵਾ ਬੁਝ ਗਿਆ ਅਤੇ ਤੈਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਮੇਰਾ ਰੂਪ ਕਿਹੋ ਜਿਹਾ ਹੈ, ਜਾਂ ਮੈਂ ਕਿਹੋ ਜਿਹੀ ਥਾਂ 'ਤੇ ਬੈਠਾ ਹਾਂ, ਇੱਥੇ ਕੀ ਕੀ ਪਿਆ ਆਲੇ ਦੁਆਲੇ। ਕਹਿੰਦਾ ਤੈਨੂੰ ਕੁਝ ਨਜ਼ਰ ਨਹੀਂ ਸੀ ਆਇਆ ਕਿਉਂਕਿ ਦੀਵਾ ਬੁਝ ਗਿਆ ਸੀ। ਜਦੋਂ ਅਗਿਆਨ ਬੰਦੇ ਦੇ ਅੰਦਰ ਵਾਪਰ ਜਾਂਦਾ ਹੈ, ਫਿਰ ਮਨੁੱਖ ਆਪਣੇ ਆਪ ਨੂੰ ਸੈਂਟਰ ਬਣਾ ਕੇ ਅਤੇ ਪ੍ਰਭੂ ਕਿਰਪਾ ਨੂੰ ਦੂਰ ਕਰ ਦਿੰਦਾ ਹੈ। ਫਿਰ ਜਿੰਨਾ ਕੁਝ ਚੰਗਾ ਪ੍ਰਾਪਤ ਹੁੰਦਾ ਉਹਦਾ ਸ਼੍ਰੇ ਆਪਣੇ ਆਪ ਨੂੰ, ਜਿਹੜਾ ਗਲਤ ਪ੍ਰਾਪਤ ਹੁੰਦਾ ਉਹਦਾ ਦੋਸ਼ ਪ੍ਰਭੂ ਨੂੰ। ਇਹ ਅਗਿਆਨ ਦੀ ਹਾਲਤ ਹੈ। ਕਿਉਂਕਿ ਜੇ ਮੰਨ ਲਾ, ਕਹਿੰਦਾ ਉਹਨੇ ਫਿਰ ਅੱਗੇ ਇੱਕ ਹੋਰ ਗੱਲ ਕਹੀ, ਕਹਿੰਦਾ ਇਸ ਹਨੇਰੇ ਦੇ ਵਿੱਚ ਕਿ ਤੈਨੂੰ ਕੋਈ ਨੁਕਸਾਨ ਪਹੁੰਚ ਜਾਏ, ਤੈਨੂੰ ਸਰੀਰਕ ਕੋਈ ਨੁਕਸਾਨ ਪਹੁੰਚ ਜਾਏ, ਕੋਈ ਕਿਸੇ ਤਰ੍ਹਾਂ ਦਾ ਭਿਆਨਕ ਜੀਵ ਲੜ ਜਾਏ, ਤਾਂ ਤੂੰ ਇਹਦਾ ਦੋਸ਼ ਮੈਨੂੰ ਅਤੇ ਦੀਵੇ ਨੂੰ ਦੇਵੇਂਗਾ। ਕਿਉਂ? ਕਿਉਂਕਿ ਤੂੰ ਕਹੇਂਗਾ ਮੈਂ ਦੀਵਾ ਬੁਝਾਇਆ, ਪਰ ਕਹਿੰਦਾ ਦੀਵਾ ਜੀਵਲ ਅਸਲ ਵਿੱਚ ਆਪ ਬੁਝਾਉਂਦਾ ਹੈ। ਕਿਉਂਕਿ ਜਿਸ ਸਿਮਰਨ ਕਰਕੇ ਤੇਰਾ ਪਹਿਲਾ ਸਮਾਂ ਆਨੰਦਮਈ ਰਿਹਾ ਹੈ, ਜੇ ਪ੍ਰਭੂ ਜਾਤ ਦਾ ਦੀਪਕ ਜਗਦਾ ਰਹੇਗਾ ਅਤੇ ਤੈਨੂੰ ਜੀਵਨ ਦਾ ਚਾਹੇ ਕੋਈ ਵੀ ਹਿੱਸਾ ਵਾਪਰੇ, ਕੋਈ ਵੀ ਘਟਨਾ ਵਾਪਰੇ, ਉਹਦਾ ਪ੍ਰਭੂ ਰੂਪ ਉਹਦੇ ਵਿੱਚੋਂ ਸਮਝ ਆ ਜਾਏਗਾ ਅਤੇ ਤੇਰਾ ਸੰਤੁਲਨ ਬਣਿਆ ਰਹੇਗਾ। ਅਤੇ ਕਹਿੰਦਾ ਇਸ ਕਰਕੇ ਅਗਿਆਨ ਦਾ ਭਾਵ ਇਹ ਹੈ, ਜਦੋਂ ਬਖਸ਼ ਰਹੀਆਂ ਜਿਹੜੀਆਂ ਰਹਿਮਤਾਂ ਹਨ, ਉਹਨਾਂ ਦਾ ਪ੍ਰਭੂ ਨਾਲ ਜੁੜੇ ਹੋਣ ਦਾ ਅਹਿਸਾਸ ਨਾ ਪੈਦਾ ਹੋਵੇ, ਜਾਂ ਜੀਵਨ ਦੇ ਵਿੱਚ ਜਿੰਨਾ ਕੁਝ ਪ੍ਰਾਪਤ ਹੋ ਗਿਆ ਹੈ ਇਹਨੂੰ ਆਪਣਾ ਸਮਝ ਕੇ ਅਤੇ ਉਹਦਾ ਕੋਈ ਧੰਨਵਾਦ ਜਾਂ ਸ਼ੁਕਰਾਨਾ ਭਾਵ ਨਾਲ ਅਰਪਣ ਕੀਤਾ ਜਾਏ, ਇਹ ਮਨੁੱਖ ਦੇ ਅਗਿਆਨ ਵਾਲੀ ਹਾਲਤ ਹੁੰਦੀ ਹੈ। 12ਵਾਂ ਦੀ ਬਾਣੀ 'ਚ ਵਾਕ ਆਉਂਦਾ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਹੁਣ ਉਸ ਵਾਕ ਦੇ ਵਿੱਚ ਰਮਜ਼ ਕੀ ਹੈ? ਉਹਦਾ ਕੀ ਹੈ ਕਿ ਉਂਝ ਦੁਨਿਆਵੀ ਜਿਹੜੇ ਰੋਗ ਕਹੇ ਜਾਂਦੇ ਨੇ, ਹੁਣ ਉੱਥੇ ਜਿਹੜਾ ਰੋਗ ਸ਼ਬਦ ਵਰਤਿਆ ਉਹ ਰੋਗ ਸਰੀਰਕ ਦੇ ਲਈ ਵੀ ਨਹੀਂ ਹੈਗਾ। ਉੱਥੇ ਵਰਤਣ ਦਾ ਗੁਰੂ ਸਾਹਿਬ ਜੀ ਦਾ ਜਿਹੜਾ ਸਾਨੂੰ ਪ੍ਰਯੋਜਨ ਸਮਝ ਆਉਂਦਾ ਹੈ, ਉਹ ਹੈ ਕਿ ਜਦੋਂ ਮਨੁੱਖ ਦੀ ਸੁਰਤ ਬਖਸ਼ਿਸ਼ ਰੂਪ ਮਾਨਣ ਨਾਲੋਂ ਟੁੱਟ ਜਾਂਦੀ ਹੈ, ਫਿਰ ਉਹ ਧਰਤੀ ਦੇ ਸੁੱਖਾਂ ਨੂੰ ਵੀ ਰੋਗ ਹੀ ਗਿਣਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਨਰ ਬਿਸਰੇ ਰਾਮ ਸਿਉ, ਤਾਂ ਕਰਕੇ ਗੁਰਬਾਣੀ ਦੇ ਵਿੱਚ ਜਿਹੜਾ ਸਿਮਰਨ ਦਾ ਵੱਡੀ ਮਹਾਤਮ ਤਾਂ ਕਰਕੇ ਨਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਕਿ ਉਹਦੇ ਨਾਲ ਕੀ ਹੈ ਕਿ ਅਸੀਂ ਜਗਤ ਵਿੱਚ ਜਿਉਂ ਰਹੇ ਹਾਂ,
ਜਗਤ ਦਾ ਦਖਲ ਸਾਨੂੰ ਹਰ ਵੇਲੇ ਆਪਣੇ ਹੀ ਤੋੜ ਭੰਨ ਦੇ ਵਿੱਚ ਪਾਈ ਰੱਖੇਗਾ, ਪਰ ਜਿਹੜੀ ਤੁਹਾਡੀ ਸਿਮਰਨ ਦੀ ਅਵਸਥਾ ਹੈ ਉਹ ਤੁਹਾਡੇ ਰਸ ਨੂੰ ਵੀ ਬਣਾ ਕੇ ਰੱਖੇਗੀ, ਤੁਹਾਡੀ ਗਿਆਨ ਪ੍ਰਾਪਤੀ ਦੇ ਬੈਲੈਂਸ ਨੂੰ ਵੀ ਬਣਾ ਕੇ ਰੱਖੇਗੀ ਅਤੇ ਤੁਹਾਡੇ ਆਤਮਿਕ ਜੀਵਨ ਦੇ ਆਨੰਦ ਨੂੰ ਵੀ ਟਿਕਾ ਦੇ ਵਿੱਚ ਰੱਖੇਗੀ। ਜਿਵੇਂ ਉਦਾਹਰਨ ਦੇ ਤੌਰ 'ਤੇ ਇਹਨੂੰ ਦੁਨਿਆਵੀ ਨੁਕਤੇ ਤੋਂ ਦੇਖਣਾ ਹੋਵੇ, ਜਿਵੇਂ ਬੰਦੇ ਥੱਕ ਟੁੱਟ ਕੇ ਆਉਂਦੇ ਨੇ ਕੰਮ ਤੋਂ, ਤਾਂ ਆ ਕੇ ਉਹ ਮਨੋਰੰਜਨ ਚਾਹੁੰਦੇ ਨੇ, ਸੰਗੀਤਕ ਕਿਸਮ ਦਾ ਮਨੋਰੰਜਨ ਚਾਹੁੰਦੇ ਨੇ। ਉਹ ਥੋੜ੍ਹਾ ਜਿਹਾ ਸਮਾਂ ਲੈਂਦੇ ਨੇ, ਉਹ ਸੁਣਦੇ ਨੇ ਅਤੇ ਉਹਦੇ ਵਿੱਚੋਂ ਤ੍ਰਿਪਤੀ ਮਹਿਸੂਸ ਕਰਨ ਲੱਗ ਪੈਂਦੇ ਨੇ। ਇਸੇ ਪ੍ਰਕਾਰ ਜਿਹੜਾ ਪ੍ਰਭੂ ਸਿਮਰਨ ਹੈ, ਔਰ ਉਹ ਇਹਦੇ ਵਿੱਚ ਇੱਕ ਹੋਰ ਵੀ ਨੁਕਤਾ ਹੈ ਕਿ ਜਿਹੜਾ ਸਿਮਰਨ ਦੇ ਵਿੱਚ ਜਾਗਿਆ ਹੈ, ਜਿਹੜਾ ਸਿਮਰਨ ਦੇ ਵਿੱਚ ਜਾਗਿਆ ਨਹੀਂ ਹੈ ਉਹ ਕਰ ਵੀ ਲਏਗਾ ਜਪ ਅਤੇ ਉਹਦੀ ਗੱਲ ਨਹੀਂ ਬਣਨੀ। ਜਿਹੜਾ ਜਾਗਿਆ ਹੋਵੇਗਾ ਫਿਰ ਉਹਨੂੰ ਪਤਾ ਲੱਗੇਗਾ ਕਿ ਗੁਰੂ ਸ਼ਬਦ ਨੇ ਮੈਨੂੰ ਕਿਵੇਂ ਕਿਵੇਂ ਸੰਭਾਲ ਰਿਹਾ ਹੈ, ਕਿਉਂਕਿ ਗੁਰੂ ਸ਼ਬਦ ਉਹਦੀ ਰੂਹ ਦੇ ਨਾਲ ਕਨੈਕਟਡ ਹੋ ਜਾਂਦਾ ਹੈ। ਫਿਰ ਉਹਦੇ ਵਿੱਚੋਂ ਗੁਰਬਾਣੀ ਦੇ ਭਾਵਾਂ ਨੂੰ ਮਾਣਦਾ। ਜੇ ਕਿਤੇ ਆਪ ਜੀ ਸਾਰੀ ਦਿਨਚਰਿਆ ਨੂੰ ਬਾਣੀ ਦੇ ਨਾਲ ਜੋੜ ਕੇ ਦੇਖੋ ਤਾਂ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਜਿਹੜੇ ਮੇਰੇ ਜੀਵਨ ਦੇ ਹਿੱਸੇ ਅੱਜ ਸੰਸਾਰ ਦੇ ਦਖਲ ਕਰਕੇ, ਮਾਇਆ ਦੇ ਦਖਲ ਕਰਕੇ ਪ੍ਰਭਾਵਿਤ ਹੋਏ, ਜਿਹੜੀ ਵਿਛੜਨ ਵਾਲੀ ਹਾਲਤ ਕਰਕੇ ਦੁੱਖ ਪੈਦਾ ਹੋਇਆ, ਜਦੋਂ ਫਿਰ ਜਾਤ ਦੇ ਨਾਲ ਜੁੜਿਆ ਤਾਂ ਉਹਨੇ ਮੇਰੀ ਕਿੰਨੀ ਸੰਭਾਲ ਕੀਤੀ। ਜਿਵੇਂ ਅਸੀਂ ਰਹਿਰਾਸ ਸਾਹਿਬ ਦੀ ਬਾਣੀ ਪੜ੍ਹਦੇ ਉਹਦੇ ਵਿੱਚ ਨਾ ਵਾਕ ਆਉਂਦਾ, ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ। ਇਸੇ ਪ੍ਰਕਾਰ ਉਹਦੇ ਵਿੱਚ ਆਉਂਦਾ ਹੈ, ਭਗਤ ਗੁਰੂ ਸਾਹਿਬ ਜੀ ਵਾਕ ਕਹਿੰਦੇ, ਹਰ ਬਿਸਰਤ ਤੇਰੇ ਗੁਣ ਗਲਿਆ। ਅਤੇ ਜਿਹੜਾ ਤੇਰਾ ਗੁਣ ਹੈ ਉਹਦਾ ਮਹੱਤਵ ਕਿਉਂ ਨਹੀਂ ਬਣ ਰਿਹਾ? ਉਹਦਾ ਭਾਵ ਇਹ ਹੈ ਕਿ ਇਹਦੇ ਅੰਦਰ ਪ੍ਰਭੂ ਸਿਮਰਤੀ ਜਿਹੜੀ ਹੈ ਉਹ ਦਰਕਿਨਾਰ ਹੋ ਗਈ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋ ਨਰ ਵਿਛੜੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ। ਫਿਰ ਸੂਫੀ ਫਕੀਰ ਨੇ ਕਿਹਾ ਕਿ ਕਹਿੰਦਾ ਦੁਬਾਰਾ ਜਦੋਂ ਦੀਵਾ ਜਗਾਇਆ ਤਾਂ ਉਹਦਾ ਭਾਵ ਸੀ ਕਿ ਜਦੋਂ ਮੈਂ ਉਹਦੇ ਉੱਪਰ ਆਪਣੇ ਹੱਥ ਕਰ ਦਿੱਤੇ ਉਦੋਂ ਵੀ ਪ੍ਰਕਾਸ਼ ਪੂਰਾ ਨਹੀਂ ਕਮਰੇ ਵਿੱਚ ਹੋਇਆ। ਫਿਰ ਹੱਥ ਹਟਾਉਣ ਦਾ ਨੁਕਤਾ ਇਹ ਸੀ ਕਿ ਸਾਡੇ ਅੰਦਰ ਪ੍ਰਕਾਸ਼ ਹੁੰਦਾ ਹੈ, ਅਤੇ ਜੇ ਸਾਡੇ ਅੰਦਰ ਇੱਕ ਜੋਦੜੀ ਪੈਦਾ ਹੋ ਜਾਏ ਅਤੇ ਉਹ ਜੋਦੜੀ ਸਾਨੂੰ ਪ੍ਰਕਾਸ਼ ਦਾ ਅਨੁਭਵ ਕਰਾ ਦਿੰਦੀ ਹੈ। ਅਤੇ ਜਦੋਂ ਉਹ ਜੋਦੜੀ ਖੁੱਲ੍ਹਦੀ ਹੈ ਤਾਂ ਉਦੋਂ ਸਾਰੀ ਪ੍ਰਭੂ ਦੀ ਕਿਰਪਾ ਦਾ ਆਲਮ ਸਾਨੂੰ ਆਪਣੇ ਹਿਰਦੇ ਵਿੱਚ ਹੀ ਨਜ਼ਰ ਆ ਜਾਂਦਾ ਹੈ। ਕਹਿੰਦਾ ਮੇਰੇ ਕਹਿਣ ਦਾ ਇਹ ਭਾਵ ਸੀ। ਇਸ ਕਰਕੇ ਜਦੋਂ ਗਿਆਨ ਹੁੰਦਾ ਹੈ ਉਦੋਂ ਬੰਦਾ ਜਾਗ ਜਾਂਦਾ ਅਤੇ ਜਾਗਿਆ ਹੋਇਆ ਬਖਸ਼ਿਸ਼ ਨੂੰ ਮਾਣਦਾ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਾ ਦਿਨ ਮਿਲੇ ਨਾ ਰਾਤ। ਜਿਨ੍ਹਾਂ ਦੇ ਅੰਦਰ ਅਗਿਆਨ ਵਾਪਰ ਗਿਆ। ਹੁਣ ਅਗਿਆਨ ਦੀ ਇੱਕ ਹੋਰ ਵੀ ਸਥਿਤੀ ਹੈ। ਅਗਿਆਨ ਦੀ ਸਥਿਤੀ ਇੱਕ ਇਹ ਹੈ ਕਿ ਜੋ ਮਨੁੱਖ ਨੂੰ ਆਪਣੀ ਦੇਹ ਦੇ ਤਾਣ ਪ੍ਰਾਪਤ ਹੋਏ ਹਨ, ਉਹਨੂੰ ਲੱਗਦਾ ਕਿ ਸੰਸਾਰ ਦੇ ਭੁਗਤਾਉਣ ਲਈ ਮਿਲੇ ਹਨ। ਜਿਵੇਂ ਨੇਤਰਾਂ ਦੇ ਦੇਖਣ ਦਾ ਤਾਣ ਮਿਲਿਆ ਹੈ, ਉਹਨੂੰ ਲੱਗਦਾ ਹੈ ਦੁਨਿਆਵੀ ਪੱਧਰ 'ਤੇ। ਇਸ ਕਰਕੇ ਵਿਛੜਨ ਦੀ ਹਾਲ, ਜਿਵੇਂ ਉਦਾਹਰਨ ਦੇ ਤੌਰ 'ਤੇ ਬੰਦਾ ਆਪਣੇ ਘਰ ਦਾ ਰਾਹ ਭੁੱਲ ਜਾਏ ਅਤੇ ਘਰ ਦਾ ਅਕਸ ਵੀ ਥੋੜ੍ਹਾ ਧੁੰਦਲਾ ਹੋ ਜਾਏ ਉਹਦੇ ਅੰਦਰ, ਤਾਂ ਉਹ ਕਿਸੇ ਦੂਜੇ ਦੇ ਘਰ ਜਾ ਵੜਦਾ ਹੈ। ਉੱਥੇ ਜਾ ਕੇ ਉਸ ਤਰ੍ਹਾਂ ਦਾ ਵਿਵਹਾਰ ਕਰਨਾ ਸ਼ੁਰੂ ਕਰ ਦਿੰਦਾ। ਕਈ ਵਾਰੀ ਐਸੀ ਹਾਲਤ ਵਾਪਰਦੀ ਹੈ। ਇਸੇ ਪ੍ਰਕਾਰ ਜਿਹੜੇ ਵਿਛੜੇ ਹਨ ਉਹ ਆਪਣੇ ਜੀਵਨ ਦਾ ਪਰਮ ਸੁੱਖ ਦੁਨਿਆਵੀ ਕਿਸਮ ਦੀ ਜਿਹੜੀ ਜਿਉਣ ਚਾਹਨਾ ਹੈ ਉਹਦੇ ਵਿੱਚੋਂ ਭਾਲਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਸੇ ਪ੍ਰਕਾਰ ਅਗਿਆਨ ਦਾ ਕਾਰਨ ਕੀ ਹੈ ਕਿ ਜਿਹੜੇ ਜੇ ਜਾਗਿਆ ਹੋਵੇ ਅਤੇ ਆਪਣੇ ਜੀਵਨ ਦੇ ਸਾਰੇ ਤਾਣ ਪ੍ਰਭੂ ਦੀ ਯਾਦ ਵਾਲੇ ਪਾਸੇ ਲਗਾਵੇ, ਪਰ ਅਗਿਆਨ ਹੋਣ ਕਰਕੇ ਉਹਨਾਂ ਸਾਰੇ ਤਾਣਾਂ ਨੂੰ ਸੰਸਾਰ ਦੀ ਤਰਫ ਭੁਗਤਾਉਂਦਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਾ ਦਿਨ ਮਿਲੇ ਨਾ ਰਾਤ। ਇਹਦਾ ਫਿਰ ਇੱਕ ਹੋਰ ਵੀ ਨੁਕਤਾ ਇਹਦੇ ਵਿੱਚ ਬਣਦਾ ਹੈ ਕਿ ਨਾ ਦਿਨ ਮਿਲੇ। ਹੁਣ ਨਾ ਦਿਨ ਮਿਲੇ ਦਾ ਭਾਵ ਕੀ ਹੈ ਕਿ ਜਦੋਂ ਉਹ ਪ੍ਰਭੂ ਜਾਤ ਤੋਂ ਵਿਛੁੰਨਿਆ ਹੋਇਆ ਹੈ, ਜੇ ਉਹ ਗਿਆਨ ਚਰਚਾ ਸੁਣਨ ਦੇ ਲਈ ਬੈਠ ਵੀ ਗਿਆ ਅਤੇ ਉਹਦੇ ਅੰਦਰਲੇ ਹਿੱਸੇ, ਕਿਉਂਕਿ ਸੰਸਾਰ ਦੀ ਜਿਹੜੀ ਦਖਲ ਅੰਦਾਜ਼ੀ ਹੈ ਉਹਨੇ ਉਹ ਬਿਲਕੁਲ ਖ਼ਤਮ ਕਰ ਦਿੱਤੇ ਨੇ, ਅਤੇ ਉਹਨੂੰ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਵੀ ਉਹਨੂੰ ਇੱਕ ਸਮਾਂ ਪਾਸ ਹੀ ਲੱਗੇਗਾ, ਕਿਉਂਕਿ ਉਹਨੂੰ ਹੰਢਾਏਗਾ ਨਹੀਂ ਓਨਾ। ਜਿਵੇਂ ਅਸੀਂ ਕਥਾ ਸੁਣਦੇ ਹਾਂ, ਜੇ ਤਾਂ ਬੰਦਾ ਕਥਾ ਦੇ ਵਿੱਚ ਦਾਖਲ ਹੋ ਜਾਏ ਫਿਰ ਤਾਂ ਇਹ ਮੌਤ ਵਰਗਾ ਐਕਸਪੀਰੀਅੰਸ ਹੈ। ਜੇ ਇਹਦੇ ਨਾਲ ਟੁੱਟਿਆ ਰਵੇ ਫਿਰ 45 ਮਿੰਟ ਹੁੰਦੇ ਨੇ। ਇਸੇ ਕਰਕੇ ਟਾਈਮ ਦੀ ਜਿਹੜੀ ਲਿਮਟ ਅੰਦਰੋਂ ਜਾ ਕੇ ਟੁੱਟਣੀ ਹੈ ਉਹ ਕਥਾ ਦੀ ਇੱਕ ਸੁਰਤਾ ਦੇ ਨਾਲ ਹੀ ਟੁੱਟਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਾ ਦਿਨ ਮਿਲੇ। ਇਸ ਕਰਕੇ ਜਿਹੜਾ ਗੁਰੂ ਸ਼ਬਦ ਦਾ ਉਜਾਲਾ ਹੋ ਰਿਹਾ ਹੁੰਦਾ ਦਿਨ ਵਾਂਗ, ਉਹਨੂੰ ਉਹਦੇ ਵਿੱਚ ਵੀ ਨਹੀਂ ਸਮਝ ਆਉਂਦੀ, ਅਤੇ ਜਿਹੜੀ ਵਿਕਾਰਾਂ ਕਰਕੇ ਉਹਦੇ ਅੰਦਰ ਰਾਤ ਦੀ ਭਟਕਣ ਵਾਪਰ ਰਹੀ ਹੁੰਦੀ ਹੈ ਉਹ ਵੀ ਨਹੀਂ ਉਹਨੂੰ ਸਮਝ ਆ ਰਹੀ ਹੁੰਦੀ। ਹੁਣ ਜਿਹੜਾ ਮੈਂ ਪਹਿਲਾ ਨੁਕਤਾ ਆਪਦੀ ਦੇ ਨਾਲ ਅਰਜ਼ ਕੀਤਾ ਕਿ ਜਿਹੜੀ ਕਥਾ ਦੀ ਇੱਕ ਸੁਰਤਾ ਬਣਦੀ ਹੈ ਉਹ ਵੀ ਉਹਨਾਂ ਨੂੰ ਨਹੀਂ ਲਾਭ ਪਹੁੰਚਾਉਂਦੀ। ਇਹਦਾ ਕਾਰਨ ਕੀ ਹੈ? ਹੁਣ ਜਿਵੇਂ ਸੋਹਿਲਾ ਸਾਹਿਬ ਦੀ ਬਾਣੀ ਅਸੀਂ ਸਾਰੇ ਪੜ੍ਹਦੇ ਹਾਂ, ਉਹਦੇ ਵਿੱਚ ਜ਼ਿਕਰ ਹੁੰਦਾ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ।
ਹੁਣ ਜਿਹੜਾ ਇਹਦੇ ਨਾਲ ਇੱਕ ਸੁਰਤਾ ਵਾਲਾ ਬੰਦਾ ਹੈ, ਉਹ ਆਪਣੇ ਸਰੀਰ ਰੂਪ ਨਗਰ ਦਾ ਫੇਰਾ ਮਾਰਦਾ ਸੋਹਲਾ ਸਾਹਿਬ ਦੇ ਪਾਠ ਕਰਨ ਲੱਗਿਆ। ਸੋਹਲਾ ਸਾਹਿਬ ਦਾ ਪਾਠ ਉਹਦਾ ਪਾਠ ਨਹੀਂ ਹੁੰਦਾ, ਜਿਹਦੀ ਇੱਕ ਸੁਰਤਾ ਹੈ, ਉਹ ਆਪਣੇ ਸਰੀਰ ਰੂਪ ਨਗਰ ਦਾ ਸਾਰਾ ਗੇੜਾ ਮਾਰਦਾ ਹੈ ਕਿ ਜਿਹੜੀ ਕਾਮ ਦੀ ਕ੍ਰੋਧ ਦੀ ਪ੍ਰਵਿਰਤੀ ਹੈ, ਜਿਹਦੇ ਕਰਕੇ ਆ ਸਾਰਾ ਨਗਰ ਭਰਿਆ ਹੋਇਆ, ਭਲਾ ਕਿੱਥੇ ਕਿੱਥੇ ਪਿਆ ਹੋਇਆ ਹੈ। ਇਸ ਕਰਕੇ ਉਹਦਾ ਪਾਠ ਨਹੀਂ ਹੁੰਦਾ, ਉਹਦਾ ਪਾਠ ਜੀਵਨ ਦੀ ਇੱਕ ਗਹਿਰੀ ਤਲਾਸ਼ ਹੋ ਜਾਂਦਾ ਹੈ, ਕਿਉਂਕਿ ਉਹ ਵਾਚ ਰਿਹਾ ਹੁੰਦਾ ਹੈ ਕਿ ਜਦੋਂ ਸਵੇਰੇ ਨੇਤਰਾਂ ਦੀ ਸਵੱਛਤਾ ਮਿਲੀ, ਕਿਉਂਕਿ ਨਵਾਂ ਦਿਨ ਮਿਲਿਆ, ਨਵਾਂ ਦੇਖਣਾ ਮਿਲਿਆ, ਉਸ ਸਵੱਛਤਾ ਦੇ ਵਿੱਚ ਇਸ ਸਰੀਰ ਰੂਪ ਨਗਰ ਨੂੰ ਕਾਮ ਕ੍ਰੋਧ ਦੇ ਕਿਹੜੇ ਹਿੱਸਿਆਂ ਦੇ ਕਿਰਾਏਦਾਰ ਬਣਾ ਦਿੱਤਾ, ਉਹ ਇਹਦੀ ਤਲਾਸ਼ ਕਰਦਾ ਹੈ। ਫਿਰ ਉਹਦੇ ਵਿੱਚੋਂ ਫਿਰ ਉਹਦਾ ਇੱਕ ਅਨੁਭਵ ਇਹ ਬਣਦਾ ਹੈ ਕਿ ਉਹਨੂੰ ਪਤਾ ਲੱਗ ਜਾਂਦਾ ਕਿ ਜੀਵਨ ਦੇ ਵਿੱਚ ਇੱਥੇ ਅਗਿਆਨ ਪਿਆ ਹੈ, ਪਰ ਨਾਲ ਹੀ ਗੁਰੂ ਸ਼ਬਦ ਉਹਨੂੰ ਜਗਾਉਂਦਾ ਹੈ, ਮਿਲ ਸਾਧੂ ਖੰਡਲ ਖੰਡਾ ਹੈ, ਕਿ ਤੇਰੇ ਅੰਦਰ ਜਿਹੜੀ ਸਾਧਨਾ ਹੈ ਉਹੀ ਤੇਰੇ ਕਾਮ ਕ੍ਰੋਧ ਦੇ ਨਗਰ ਨੂੰ ਜਿਹੜਾ ਹੈ ਵਿਕਾਰਾਂ ਦੇ ਪ੍ਰਭਾਵ ਤੋਂ ਖਾਲੀ ਕਰੇਗੀ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਾ ਦਿਨ ਮਿਲੇ, ਜਿਹੜਾ ਚਿੱਟੇ ਦਿਨ ਵਾਂਗ ਗੁਰੂ ਦੇ ਸ਼ਬਦ ਦਾ ਉਪਦੇਸ਼ ਸਮਝ ਆ ਰਿਹਾ ਹੈ, ਉਹਨੂੰ ਨਾ ਮਿਲੇ, ਉਹਨੂੰ ਨਹੀਂ ਫਿਰ ਵੀ ਪ੍ਰਾਪਤ ਹੁੰਦਾ, ਕਿਉਂਕਿ ਉਹਦੀ ਸੁਰਤੀ ਨਹੀਂ ਜੁੜਦੀ ਉਹਦੇ ਨਾਲ। ਨਾ ਰਾਤ, ਅਤੇ ਰਾਤ ਕਰਕੇ ਜਿਹੜਾ ਮਾਇਆ ਦਾ ਗਿਆਨ ਉਹਦੇ ਅੰਦਰ ਪਸਰਿਆ ਹੁੰਦਾ ਹੈ, ਨਾ ਹੀ ਉਹਦੇ ਤੋਂ ਉਹਨੂੰ ਜਾਗ ਆਉਂਦੀ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਦੀ ਬਖਸ਼ਿਸ਼ ਕਰਦੇ ਹਨ। ਕਬੀਰ ਰਹਿ ਨਾਇਰ ਬਿਸ਼ੋਰਿਆ, ਰਹੋ ਰੇ ਸੰਖ ਮਜੂਰ। ਹੁਣ ਭਗਤ ਕਬੀਰ ਸਾਹਿਬ ਜੀ ਦੀ ਲਗਾਤਾਰ, ਕਿਉਂਕਿ ਇੱਕ ਲੜੀਵਾਰ ਵਿਚਾਰ ਦੇ ਵਿੱਚ ਇਹਨੂੰ ਕਹਿ ਲਓ ਕਿ ਲਾਹਾ ਹੀ ਲਾਹਾ ਹੈ, ਬੜਾ ਕੁਝ ਸਮਝਣ ਨੂੰ ਮਿਲਦਾ ਹੈ ਸਮਝਣ ਨੂੰ ਔਰ ਹੰਡਾਉਣ ਨੂੰ ਵੀ। ਭਗਤ ਕਬੀਰ ਸਾਹਿਬ ਜੀ ਦੇ ਜਿਤਨੇ ਸ਼ਲੋਕ ਆਪ ਜੀ ਸ਼ਰਵਣ ਕਰ ਰਹੇ, ਉਹਨਾਂ ਦੇ ਵਿੱਚ ਇੱਕ ਨੁਕਤਾ ਦੇਖਣਾ, ਮੈਂ ਇੱਕ ਦਿਨ ਪਹਿਲਾਂ ਵੀ ਵਾਕਿਆ ਸੀ ਕਿ ਉਹਨਾਂ ਦੀ ਬੰਦਗੀ ਸਜੀਵ ਹੈ। ਮਤਲਬ ਜਿਵੇਂ ਉਹ ਪਹਿਲਾਂ ਕੂੰਜ ਦੀ ਉਦਾਹਰਣ ਦਿੰਦੇ ਨੇ, ਇਸ ਤੋਂ ਬਾਅਦ ਉਹਨਾਂ ਨੇ ਬੱਦਲਾਂ ਦੀ ਉਦਾਹਰਣ ਦਿੱਤੀ, ਇਸ ਤੋਂ ਬਾਅਦ ਚੱਕਵੀ ਦੀ ਦਿੱਤੀ, ਹੁਣ ਉਹ ਸੰਖ ਦੀ ਉਦਾਹਰਣ ਦੇ ਰਹੇ ਹਨ। ਹੁਣ ਕਿਸੇ ਸਮੁੰਦਰ ਦੇ ਕੰਢੇ ਭਗਤ ਕਬੀਰ ਸਾਹਿਬ ਜੀ ਚੱਲੇ ਹਨ, ਉਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਲਹਿਰਾਂ ਕਰਕੇ ਜਿਹੜਾ ਇੱਕ ਸੰਖ ਘੜਿਆ ਹੋਇਆ, ਜਿਹੜਾ ਵਜਾਉਣ ਵਾਲਾ, ਉਹ ਲਹਿਰਾਂ ਕਰਕੇ ਸਮੁੰਦਰ ਦੀ ਸਤਹ 'ਤੇ ਆ ਗਿਆ। ਹੁਣ ਭਗਤ ਕਬੀਰ ਸਾਹਿਬ ਜੀ ਦੀ ਜਿਹੜੀ ਸਜੀਵ ਬੰਦਗੀ ਹੈ, ਜਿਸ ਬੰਦਗੀ ਦੇ ਵਿੱਚ ਪ੍ਰਭੂ ਦੇ ਸਾਰੇ ਰੰਗ ਮੌਲ ਰਹੇ ਹਨ, ਅਤੇ ਉਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਉਸ ਸੰਖ ਦੀ ਹਾਲਤ ਨੂੰ ਦੇਖ ਕੇ ਕੀ ਆਖਦੇ ਹਨ, ਕਬੀਰ ਰਹਿ ਨਾਇਰ ਬਿਸ਼ੋਰਿਆ। ਭਗਤ ਕਬੀਰ ਸਾਹਿਬ ਜੀ ਉਸ ਸੰਖ ਨੂੰ ਆਖ ਰਹੇ ਹਨ ਕਿ ਇਹ ਭਲਿਆ ਕਿਉਂ ਸਮੁੰਦਰ ਦੀਆਂ ਲਹਿਰਾਂ ਦੇ ਨਾਲ ਹਿਲ ਜੁਲ ਕਰਕੇ, ਉਹਦੀ ਸਤਹ ਤੋਂ ਉੱਠ ਕੇ ਅਤੇ ਆਪਣੇ ਅੰਦਰੋਂ ਜਿਹੜਾ ਭਾਰੀਪਣ ਕੱਢ ਕੇ ਹਲਕਾ ਜਿਹਾ ਹੋ ਕੇ ਅਤੇ ਸਮੁੰਦਰ ਦੀ ਸਤਹ ਦੇ ਬਾਹਰ ਆ ਗਿਆ ਹੈ, ਸਮੁੰਦਰ ਨਾਲੋਂ ਵਿਛੜ ਗਿਆ ਹੈ, ਅਤੇ ਸਮਝਦਾ ਹੈ ਕਿ ਮੈਂ ਵਿਛੜ ਕੇ ਬੜਾ ਆਨੰਦ ਪ੍ਰਾਪਤ ਕਰ ਲਵਾਂਗਾ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਤੇਰੀ ਹਾਲਤ ਪਤਾ ਕੀ ਹੋਣ ਵਾਲੀ ਹੈ, ਦੇਵਲ ਦੇਵਲ ਤਾਹੜੀ ਦੇਸ ਉਗਵਤ ਸੂਰ। ਹੁਣੇ ਕਿਸੇ ਮੰਦਰ ਦੇ ਪੁਜਾਰੀ ਦੀ ਪਕੜ ਵਿੱਚ ਆ ਜਾਏਗਾ, ਅਤੇ ਹੁਣ ਤਾਂ ਪਹਿਲਾਂ ਤਾਂ ਸਾਗਰ ਦੀਆਂ ਲਹਿਰਾਂ ਦਾ ਆਨੰਦ ਮਾਣਦਾ ਸਾਂ, ਉਹਦੀ ਸਤਹ 'ਤੇ ਟਿਕਿਆ ਰਹਿੰਦਾ ਸਾਂ, ਜਦ ਸਵੇਰੇ ਸਵੇਰੇ ਤੈਨੂੰ ਚੁੱਕ ਕੇ ਮੰਦਰ ਦੇ ਪੁਜਾਰੀ ਨੇ ਵਜਾਇਆ, ਤੇਰੇ ਵਿੱਚ ਉੱਚੀ ਉੱਚੀ ਧੁਨ ਪੈਦਾ ਕੀਤੀ, ਅਤੇ ਤੈਨੂੰ ਇਸ ਪ੍ਰਕਾਰ ਪੁਕਾਰਨਾ ਪਿਆ। ਹਰ ਸੂਰਜ ਚੜ੍ਹਨ ਦੇ ਨਾਲ ਤੈਨੂੰ ਜਿਹੜੀ ਹੈ ਉਹ ਆਪਣੀ ਧੁਨ ਪ੍ਰਗਟ ਕਰਨੀ ਪਏਗੀ ਕਿਸੇ ਦੂਜੇ ਦੀ ਆਵਾਜ਼ ਦੇ ਜ਼ੋਰ ਨਾਲ, ਤਾਂ ਤੈਨੂੰ ਪਤਾ ਲੱਗੇਗਾ ਕਿ ਮੈਂ ਹੁਣ ਦੂਜੇ ਦੇ ਅਧੀਨ ਹੋ ਗਿਆ, ਅਤੇ ਦੂਜਾ ਮੇਰੇ ਜੀਵਨ ਨੂੰ ਕਿਸ ਪ੍ਰਕਾਰ ਵਜਾ ਰਿਹਾ। ਇਸ ਸ਼ਲੋਕ ਦਾ ਭਾਵ ਕੀ ਅਸਲ ਦੇ ਵਿੱਚ? ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿੰਨਾ ਚਿਰ ਮਨੁੱਖ ਪ੍ਰਭੂ ਜਾਦ ਨਾਲ ਜੁੜ ਕੇ ਪ੍ਰਭੂ ਕਿਰਪਾ ਨੂੰ ਮਾਣਦਿਆਂ ਹੋਇਆ ਉਹਦੇ ਨਾਲ ਜੁੜਿਆ ਰਹਿੰਦਾ ਹੈ, ਉਹਨਾਂ ਚਿਰ ਜਿਹੜੀ ਦੁਨਿਆਵੀ ਵਜਾਉਣਾ ਹੈ ਉਹ ਨਹੀਂ ਬਣਦਾ, ਕਿਉਂਕਿ ਸਮੁੰਦਰ ਦੀ ਸਤਹ 'ਤੇ ਹੈ। ਜਦੋਂ ਉਹ ਇਸੇ ਪ੍ਰਕਾਰ ਆਪਣੇ ਪ੍ਰਭੂ ਸਿਮਰਨ ਦੇ ਆਲਮ ਨੂੰ ਛੱਡ ਬੈਂਦਾ ਹੈ ਅਤੇ ਦੁਨੀਆ ਦੀ ਤਰਫ ਹੋ ਜਾਂਦਾ ਹੈ, ਸਾਗਰ ਦੇ ਵਿੱਚੋਂ ਨਿਕਲ ਕੇ ਦੁਨੀਆ ਦੀ ਤਰਫ ਹੋ ਜਾਂਦਾ ਹੈ, ਫਿਰ ਦੁਨੀਆ ਉਹਦੇ ਵਿੱਚ ਆਪੋ ਆਪਣੀਆਂ ਆਵਾਜ਼ਾਂ ਕੱਢਦੀ ਹੈ, ਅਤੇ ਫਿਰ ਉਹ ਜਿਹੜਾ ਸੰਖ ਹੈ, ਉਹ ਜਿਹੜਾ ਪਹਿਲਾਂ ਇੱਕ ਖਾਸ ਤਰ੍ਹਾਂ ਦੇ ਟਿਕਾਅ ਵਿੱਚ ਸੀ, ਜਦੋਂ ਦੁਨੀਆ ਦੇ ਹੱਥ ਆ ਗਿਆ ਤਾਂ ਉਰੋਂ ਫਿਰ ਦੁਨੀਆ ਨੇ ਉਹਦਾ ਪ੍ਰਯੋਜਨ ਇੰਨਾ ਹੀ ਸਮਝਿਆ ਕਿ ਜਿਹੜਾ ਸੰਖ ਹੈ ਇਹ ਵਜਾਉਣ ਲਈ ਹੁੰਦਾ, ਅਤੇ ਇਹਦੇ ਵਜਾਉਣ ਲਈ ਆਪੋ ਆਪਣਾ ਹਿੱਤ ਪੂਰਾ ਕਰਦੇ ਹਨ। ਇਹ ਪਹਿਲਾ ਭਾਵ। ਦੂਜਾ ਭਾਵ ਆਪਦੇ ਸਨਮੁਖ ਰੱਖਦਿਆਂ ਭਗਤ ਕਬੀਰ ਸਾਹਿਬ ਨੇ ਕਿਹਾ, ਕਬੀਰ ਰਹਿ ਨਾਇਰ ਬਿਸ਼ੋਰਿਆ, ਕਿ ਤੇਰੇ ਸਮੁੱਚੇ ਜੀਵਨ ਦਾ ਜਿਹੜਾ ਪਸਾਰ ਹੈ ਉਹ ਪ੍ਰਭੂ ਦੇ ਬਖਸ਼ਿਸ਼ ਰੂਪ ਦੇ ਨਾਲ ਚੱਲ ਰਿਹਾ। ਮਤਲਬ ਜੇ ਤੇਰਾ ਜਨਮ ਹੋਇਆ ਤਾਂ ਉਹਦੀ ਪ੍ਰਾਪਤੀ ਲਈ ਹੈ, ਅਤੇ ਜਿਹੜੀ ਤੇਰੀ ਮ੍ਰਿਤੂ ਹੈ ਉਹ ਵੀ ਇਸ ਕਰਕੇ ਹੈ ਕਿ ਜੇ ਪ੍ਰਾਪਤੀ ਦੇ ਕਰਮ ਨੂੰ ਤੂੰ ਇਸ ਜਨਮ 'ਚ ਨਹੀਂ ਨਿਭਾ ਸਕਿਆ, ਅਤੇ ਜਿਹੜੀ ਮੌਤ ਹੈ ਉਹ ਤੇਰੀ ਦੇਹ ਦੇ ਪੱਧਰ ਨੂੰ ਖਤਮ ਕਰਕੇ ਤੈਨੂੰ ਕਿਸੇ ਦੂਜੇ ਅਵਸਰ ਦੇ ਲਈ ਤਿਆਰ ਕਰ ਰਹੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਹੜੇ ਇੱਕ ਵਾਰੀ ਮਨੁੱਖਾ ਜਨਮ ਦੇ ਅਵਸਰ ਤੋਂ ਵਿਛੜ ਕੇ
ਦੁਨਿਆਵੀ ਪੱਧਰ ਦੀ ਭਟਕਣਾ ਦੇ ਵਿੱਚ ਪੈ ਗਏ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਇੱਕ ਵਾਰੀ ਸੰਖ ਹੋਣ ਦਾ ਮੁਕਾਮ ਸਮੁੰਦਰ ਦੇ ਵਿੱਚ ਸੀ, ਜੇ ਉਹਦੇ 'ਤੇ ਹੀ ਰਹਿੰਦਾ ਤਾਂ ਜੀਵਨ ਦਾ ਅਸਲ ਪ੍ਰਾਪਤ ਹੋ ਜਾਣਾ ਸੀ, ਪਰ ਉਹ ਅਸਲ ਨਾ ਪ੍ਰਾਪਤ ਹੋਣ ਕਰਕੇ ਦੁਨੀਆਦਾਰੀ ਦੀ ਤਰਫ ਚੱਲ ਪਿਆ ਹੈ। ਹੁਣ ਦੁਨੀਆਦਾਰੀ ਆਪੋ ਆਪਣੇ ਹਿੱਤ ਦੇ ਲਈ, ਮਤਲਬ ਜਿਹੜੀ ਮਨੁੱਖਾ ਜਨਮ ਦਾ ਦੁਰਲੱਭ ਅਵਸਰ ਮਿਲਿਆ ਉਹਦੇ ਵਿੱਚ ਸੰਖ ਵਰਗੀ ਸਿਮਰਨ ਦੀ ਧੁਨ ਪੈਦਾ ਕਰਕੇ ਤੇ ਪ੍ਰਭੂ ਦੇ ਨਾਲ ਜੁੜ ਜਾਣਾ ਸੀ, ਪਰ ਕਹਿੰਦੇ ਉਹਦੇ ਵਿੱਚ ਦੁਨਿਆਵੀ ਧੰਦੇ ਧਾਵਣੀ ਵਜਾ ਕੇ ਕਿਸੇ ਅਦਰ ਦੇ ਦਰ ਦਾ ਗੁਲਾਮ ਹੈ ਤਾਂ ਹੁਣ ਉਹਦੇ ਵਿੱਚ ਹੋਰ ਜੂਨਾਂ ਦੀ ਪ੍ਰਵਿਰਤੀ ਨੂੰ ਭੋਗ ਰਿਹਾ ਹੈ ਤੇ ਆਪਣੇ ਅਸਲ ਨੂੰ ਨਹੀਂ ਪਾ ਰਿਹਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਹੋ ਰੇ ਸੰਖ ਮਜੂਰ, ਇਸ ਕਰਕੇ ਸਾਗਰ ਦੇ ਵਿੱਚ ਹੀ ਰਹੋ, ਪ੍ਰਭੂ ਦੇ ਸਿਮਰਨ ਰੂਪ ਔਰੇ ਦੇ ਵਿੱਚ ਹੀ ਰਹੋ, ਕਿਉਂਕਿ ਜਦੋਂ ਇਹ ਛੁੱਟ ਗਿਆ ਫਿਰ ਦੁਨੀਆ ਆਪਣੇ ਪੱਧਰ 'ਤੇ ਮਨੁੱਖ ਦਾ ਪ੍ਰਯੋਗ ਕਰੇਗੀ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ 3 ਸਲੋਕਾਂ ਦੁਆਰਾ ਉਪਦੇਸ਼ ਬਖਸ਼ਿਸ਼ ਕਰਕੇ ਨਵਾਜਦੇ ਹਨ ਕਿ ਪ੍ਰਭੂ ਦੀ ਕਿਰਪਾ ਦੇ ਆਲਮ ਦੇ ਸਾਰੇ ਪੱਖਾਂ ਨੂੰ ਨਾ ਮੰਨਣ ਵਾਲੇ ਚਾਤਕ ਦੀ ਤਰ੍ਹਾਂ ਜਿਹੜੇ ਅਤ੍ਰਿਪਤ ਰਹਿ ਜਾਂਦੇ ਹਨ। ਇਸ ਕਰਕੇ ਚਾਤਰਿਕ ਵਰਗੀ ਪਿਆਸ ਕਿ ਜਿਹਦੇ ਵਿੱਚ ਗੁਰੂ ਸ਼ਬਦ ਦਾ ਉਪਦੇਸ਼ ਸਾਡੇ ਸੀਨੇ ਦੇ ਆਰ ਪਾਰ ਹੋਵੇ। ਜਿਹੜਾ ਸ਼ਬਦ ਉਪਦੇਸ਼ ਸੀਨੇ ਦੇ ਆਰ ਪਾਰ ਨਹੀਂ ਨਾ ਪੈਦਾ ਹੁੰਦਾ, ਉਹ ਮਨੁੱਖ ਦੀ ਜ਼ਿੰਦਗੀ 'ਚ ਥਿੜਕਣ ਨਹੀਂ ਪੈਦਾ ਕਰਦਾ, ਉਹ ਫਿਰ ਬੰਦਾ ਠੀਕ ਜਿਹਾ ਚੱਲੀ ਜਾਂਦਾ ਹੈ। ਜਿਹਦੇ ਆਰ ਪਾਰ ਹੋਇਆ ਹੁੰਦਾ ਹੈ ਉਹਦਾ ਨਾਚ ਰੁਕਦਾ ਨਹੀਂ। ਜਿਵੇਂ ਨਾ ਇੱਧਰ ਕਰਨਾਟਕ ਵਾਲੇ ਪਾਸੇ ਇੱਕ ਨਾਚ ਚੱਲਦਾ ਹੈ, ਉਹ ਕੀ ਕਰਦੇ ਨੇ, ਉਹ ਥੱਲੇ ਕੱਚ ਖਿਲਾਰ ਦਿੰਦੇ ਨੇ ਅਤੇ ਉਹਨੂੰ ਕੁਝ ਕੁ ਸਕਿੰਟਾਂ ਦਾ ਹੁੰਦਾ, ਬਹੁਤਾ ਲੰਬਾ ਨਹੀਂ ਹੁੰਦਾ, ਅਤੇ ਜਿਹੜੇ ਉਹਦੇ ਨੱਚਣ ਵਾਲੇ ਨੇ ਉਹਨਾਂ ਦੀ ਮੁਹਾਰਤ ਇੰਨੀ ਹੁੰਦੀ ਹੈ ਕਿ ਉਹ ਕੱਚ ਦੇ ਉੱਪਰ ਪੂਰੇ ਦੇ ਪੂਰੀ ਕਿਸੇ ਛਿੱਲਤ ਉੱਪਰ ਆਪਣਾ ਪੈਰ ਨਹੀਂ ਟਿਕਣ ਦਿੰਦੇ, ਉਹਨਾਂ ਦੀ ਮੁਹਾਰਤ ਹੁੰਦੀ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਗੁਰੂ ਸ਼ਬਦ, ਜਿਨ੍ਹਾਂ ਦੀ ਸੁਰਤ ਦੇ ਆਰ ਪਾਰ ਹੋਇਆ ਹੈ, ਉਹ ਫਿਰ ਦੁਨਿਆਵੀ ਰਸ-ਕਸ ਦੀ ਜਿਹੜੀ ਲਿਮਿਟੇਸ਼ਨ ਹੈ ਉਹਦੇ ਨਾਲ ਪੂਰੇ ਨਹੀਂ ਹੁੰਦੇ ਹਨ। ਇਸੇ ਪ੍ਰਕਾਰ ਜਦੋਂ ਜੀਵ ਦੇ ਅੰਦਰ ਅਗਿਆਨ ਵਾਪਰਦਾ ਹੈ, ਉਹ ਪ੍ਰਭੂ ਤੋਂ ਵਿਛੜਨ ਵਾਲੀ ਹਾਲਤ ਵਿੱਚ ਚਲਾ ਜਾਂਦਾ ਹੈ ਅਤੇ ਉਹਦੇ ਵਿਛੜਨ ਦੀ ਹਾਲਤ ਕਦੋਂ ਹੱਲ ਹੋਵੇ ਇਸ ਗੱਲ ਦਾ ਕੋਈ ਨਿਸ਼ਚਿਤ ਥਹੁ ਪਤਾ ਨਹੀਂ ਹੈ। ਇਸ ਕਰਕੇ ਪ੍ਰਭੂ ਸਿਮਰਨ ਦੇ ਦਾਇਰੇ ਵਿੱਚ ਰਹਿ ਕੇ ਉਹਦੀ ਬਖਸ਼ਿਸ਼ ਨੂੰ, ਉਹਦੇ ਗਿਆਨ ਦੇ ਸਰੂਪ ਨੂੰ ਮੰਨਣਾ ਚਾਹੀਦਾ ਹੈ, ਤਾਂ ਕਿ ਜਿਹੜੀ ਦੁਨਿਆਵੀ ਧਾਵਣੀ ਹੈ ਉਹ ਸਾਡੇ ਉੱਪਰ ਹਾਵੀ ਨਾ ਹੋਵੇ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਕੇ ਨਵਾਜਦੇ ਹਨ। ਕਿਰਪਾ ਕਰਨ ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਜੀ ਦੇ ਨਾਲ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।